ਸਤਿ ਸ੍ਰੀ ਅਕਾਲ ਦੋਸਤੋ, ਮੈਂ ਦਰਸ਼ਨ ਸਿੰਘ ਦਰਸ਼ਕ ਇੱਕ ਵਾਰ ਫੇਰ ਖਬਰਾਂ ਦੇ ਪਿੱਛੇ ਦਾ ਸੱਚ ਲੈ ਕੇ ਆ ਰਿਹਾ। ਇਸ ਸੱਚ ਨੂੰ ਸਾਹਮਣੇ ਲੈ ਕੇ ਆਉਣਗੇ ਉਪਜੀਤ ਸਿੰਘ ਬਰਾੜ, ਜਿਹੜੇ ਕਿ ਸਿੱਖ ਚਿੰਤਕ ਨੇ। ਸਿੱਖ ਮੁੱਦਿਆਂ ਦੇ ਉੱਤੇ ਤੁਸੀਂ ਅਕਸਰ ਹੀ ਉਹਨਾਂ ਦੀਆਂ ਬੇਬਾਕ ਟਿੱਪਣੀਆਂ ਸੁਣਦੇ ਰਹਿੰਦੇ ਹੋ। ਉਂਝ ਤਾਂ ਸਿੱਖਾਂ ਦੇ ਮਸਲੇ ਕਦੇ ਹੱਲ ਹੋਏ ਨਹੀਂ ਹੈਗੇ, ਉਹ ਚੱਲਦੇ ਰਹਿੰਦੇ ਨੇ। ਕਦੇ ਕੇਂਦਰ ਨਾਲ ਟਕਰਾਅ ਚੱਲਦਾ ਹੈ, ਕਦੇ ਸੂਬੇ ਦੀ ਸਰਕਾਰਾਂ ਨਾਲ ਟਕਰਾਅ ਚੱਲਦਾ ਹੈ, ਕਦੇ ਕਿਸੇ ਹੋਰ ਕਾਰਨਾਂ ਕਰਕੇ ਵੀ ਟਕਰਾਅ ਚੱਲਦਾ ਰਹਿੰਦਾ ਹੈ। ਪਿਛਲੇ ਦਿਨੀ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਪ੍ਰਸਾਰਣ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਅਮੈਂਡਮੈਂਟ ਬਿੱਲ ਪੇਸ਼ ਹੋਇਆ ਤੇ ਇਸ ਉੱਤੇ ਵੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਤਰਾਜ਼ ਪ੍ਰਗਟ ਕੀਤਾ ਹੈ। ਸਿੱਖ ਸੰਸਥਾਵਾਂ ਨੇ ਵੀ ਇਤਰਾਜ਼ ਪ੍ਰਗਟ ਕੀਤਾ ਹੈ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਸਿੱਖ ਮਸਲਿਆਂ ਦੇ ਵਿੱਚ ਦਖਲ ਦੇ ਰਹੀ ਹੈ। ਇਸ ਸੰਬੰਧ ਦੇ ਵਿੱਚ ਅਸੀਂ ਇਹ ਵੀ ਦੇਖ ਰਹੇ ਹਾਂ, ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਕਮਜ਼ੋਰ ਪੈ ਰਹੀਆਂ ਨੇ। ਜਿਵੇਂ ਹੁਣ ਪਿਛਲੇ ਸਮੇਂ ਦੌਰਾਨ ਜਦੋਂ ਵੀ ਕਦੇ ਕੇਂਦਰ ਸਰਕਾਰ ਦੀ, ਜਦੋਂ ਵੀ ਕਦੇ ਕਾਂਗਰਸ ਦੀ ਸਰਕਾਰ ਹੁੰਦੀ ਸੀ, ਭਾਜਪਾ ਦੀ ਸਰਕਾਰ ਹੁੰਦੀ ਸੀ, ਤਾਂ ਸਿੱਖ ਮਸਲਿਆਂ ਦੇ ਵਿੱਚ ਜੇਕਰ ਦਖਲ ਅੰਦਾਜ਼ੀ ਹੁੰਦੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ, ਜਥੇਦਾਰ ਗੁਰਚਰਨ ਸਿੰਘ ਪ੍ਰੌੜਾ ਇਹ ਗੱਲ ਕਹਿ ਦਿੰਦੇ ਸੀ ਕਿ ਸਿੱਖ ਮਸਲਿਆਂ ਦੇ ਵਿੱਚ ਦਖਲ ਦਿੱਤਾ ਜਾ ਰਿਹਾ ਹੈ, ਤਾਂ ਉਦੋਂ ਹੀ ਸਰਕਾਰਾਂ ਚੁੱਪ ਕਰ ਜਾਂਦੀਆਂ ਸੀਗੀਆਂ। ਪਰ ਪਿਛਲੇ ਸਮੇਂ ਦੌਰਾਨ ਦੇਖਿਆ ਹੈ ਕਿ ਚਾਹੇ ਉਹ ਕੇਂਦਰ ਸਰਕਾਰ ਹੋਵੇ, ਚਾਹੇ ਉਹ ਸੂਬਾ ਸਰਕਾਰ ਹੋਵੇ, ਉਹ ਸਿੱਖ ਸੰਸਥਾਵਾਂ ਨਾਲ ਸਿੱਧੀ ਟੱਕਰ ਲੈਣ ਲੱਗ ਪਈਆਂ ਨੇ। ਇਸ ਸਾਰੇ ਮਸਲੇ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ। ਉਪਜੀਤ ਬਰਾੜ ਜੀ, ਪਹਿਲਾਂ ਇਹ ਦੱਸੋ ਕਿ ਇਹ ਜੋ ਕੁਝ ਵੀ ਵਰਤਾਰਾ ਹੋ ਰਿਹਾ, ਜੋ ਵੀ ਘਟਨਾਕ੍ਰਮ ਵਾਪਰ ਰਿਹਾ ਹੈ, ਜਿਹਦੇ ਕਰਕੇ ਆਮ ਸਿੱਖਾਂ ਨੂੰ ਬੜੀ ਠੇਸ ਪਹੁੰਚ ਰਹੀ ਹੈ, ਇਹਦੇ ਲਈ ਸਿੱਖ ਲੀਡਰਸ਼ਿਪ ਜਿਹੜੀ ਜ਼ਿੰਮੇਵਾਰ ਹੈ? ਦੇਖੋ ਦਰਸ਼ਕ ਜੀ, ਜਿਹੜੀ ਤੁਸੀਂ ਗੱਲ ਕਰੀ ਆ ਵੀ ਸਿੱਖਾਂ ਦੇ ਨਾਲ ਜਿਹੜਾ ਟਕਰਾਓ ਸਰਕਾਰਾਂ ਦਾ ਹੋ ਰਿਹਾ ਸਮੇਂ-ਸਮੇਂ ਤੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਕਿਉਂਕਿ ਜਦੋਂ ਸਿੱਖੀ ਦਾ ਜਨਮ ਵੀ ਹੋਇਆ ਨਾ, ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ, ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਬਾਅਦ ਉਸ ਸਮੇਂ ਤੋਂ ਹੀ ਟਕਰਾਓ ਸ਼ੁਰੂ ਹੋ ਗਿਆ, ਜਦੋਂ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਹਿਨਣ ਤੋਂ ਇਨਕਾਰ ਕਰਤਾ। ਤੇ ਉਸ ਤੋਂ ਬਾਅਦ ਹੀ ਉਹਨਾਂ ਦਾ ਜਿਹੜਾ ਉੱਥੋਂ ਦੇ ਅੰਧ ਵਿਸ਼ਵਾਸ ਦੇ ਨਾਲ, ਬ੍ਰਾਹਮਣਵਾਦ ਦੇ ਨਾਲ ਤੇ ਸਮੇਂ-ਸਮੇਂ ਦੇ ਮੌਲਵੀਆਂ ਦੇ ਨਾਲ ਟਕਰਾਅ ਹੁੰਦਾ ਰਿਹਾ, ਸਮੇਂ-ਸਮੇਂ ਗੋਸ਼ਟੀਆਂ ਹੁੰਦੀਆਂ ਰਹੀਆਂ, ਇਹ ਚੱਲਦਾ ਰਿਹਾ। ਤੇ ਸਮੇਂ-ਸਮੇਂ ਦੇ ਹਾਕਮਾਂ ਨਾਲ ਵੀ ਟਕਰਾਅ ਹੋਇਆ। ਬਾਬਰ ਨੂੰ ਜਾਬਰ ਵੀ ਕਿਹਾ ਤੇ ਉਹਨਾਂ ਦੇ ਨਾਲ ਉਹਨਾਂ ਨੇ ਚੱਕੀਆਂ ਵੀ ਪੀਸੀਆਂ ਐਮਨਾਬਾਦ ਦੀ ਜੇਲ੍ਹ ਦੇ ਵਿੱਚ। ਤੇ ਇਹ ਤਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠਿਆਂ ਸਮੇਂ ਦੇ ਹਾਕਮ ਦੇ ਨਾਲ ਟਕਰਾਅ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੇਲ੍ਹ 'ਚ ਗਏ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਸਤਰ ਚੱਕਣੇ ਪਏ, ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਹੋਈਆਂ ਅਨੇਕਾਂ, ਮੁਗਲ ਰਾਜਿਆਂ ਦੇ ਨਾਲ, ਫਿਰ ਅੰਗਰੇਜ਼ਾਂ ਦੇ ਸਮੇਂ। ਇਹ ਸਾਰਾ ਕੁਝ ਜਿਹੜਾ ਇਹ ਟਕਰਾਓ ਤਾਂ ਸਿੱਖ ਦੇ ਜਨਮ ਤੋਂ ਹੀ ਜਿਹੜਾ ਸਿੱਖੀ ਦੇ ਵਿੱਚ ਪ੍ਰਪਾਕਾ ਸਿੱਖ ਸਿਧਾਂਤਾਂ ਤੇ ਕਾਇਮ ਆ, ਉਹਦਾ ਸ਼ੁਰੂ ਹੋ ਜਾਂਦਾ ਹੈ। ਉਹ ਕਿਉਂਕਿ ਸਿੱਖ ਦਾ ਮਤਲਬ ਆ ਸਿੱਖ ਸਿਧਾਂਤਾਂ ਤੇ ਕਾਇਮ ਰਹਿ ਕੇ ਸਮਾਜਿਕ ਬੁਰਾਈਆਂ ਤੇ ਜਿਹੜੀਆਂ ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਕਰਦਾ। ਇਹ ਤਾਂ ਬਿਲਕੁਲ ਇੱਥੇ ਤੱਕ ਦੇਖੋ ਆਪਣੇ ਸਿਧਾਂਤ ਬਿਲਕੁਲ ਸਪਸ਼ਟ ਆ। ਜਿਹੜੀ ਤੁਸੀਂ ਹੁਣ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਸਮੇਂ ਦੇ ਨਾਲ ਜਦੋਂ ਕੋਈ ਵੀ ਕੋਈ ਵੀ ਸਰਕਾਰ ਆਈ ਆ, ਚਾਹੇ ਮੁਗਲਾਂ ਦੀ ਆਈ ਆ, ਚਾਹੇ ਅੰਗਰੇਜ਼ਾਂ ਦੀ ਆਈ ਆ, ਜਾਂ ਹੁਣ ਦੀ ਲਾ ਲਓ, ਉਹਨਾਂ ਨੇ ਹਮੇਸ਼ਾ ਹੀ ਭੋਲੇਪਣ ਦੇ ਵਿੱਚ ਹਰੇਕ ਜ਼ਬਰ ਦੇ ਜ਼ੁਲਮ ਦੇ ਨਾਲ, ਹਰੇਕ ਧਰਮ ਦੇ ਨਾਲ, ਹਰੇਕ ਨਤਾਣੇ ਦੇ ਨਾਲ, ਹਰੇਕ ਵਰਗ ਦੇ ਨਾਲ ਖੜੇ ਆ। ਪਰ ਸਿੱਖਾਂ ਦੇ ਨਾਲ ਜਦੋਂ ਸਿੱਖਾਂ ਨੂੰ ਕਦੇ ਲੋੜ ਪਈ ਆ ਤਾਂ ਸਿੱਖਾਂ ਦੇ ਨਾਲ ਕਦੇ ਵੀ ਉਸ ਤਰ੍ਹਾਂ ਲੋਕ ਨਹੀਂ ਖੜੇ ਜਿਵੇਂ ਕਿ ਉਹਨਾਂ ਨੂੰ ਖੜਨਾ ਚਾਹੀਦਾ। ਇਹ ਇੱਕ ਇਤਿਹਾਸ ਆ। ਜਿਸ ਦੇਸ਼ ਨੂੰ ਸਿੱਖਾਂ ਨੇ ਆਜ਼ਾਦ ਕਰਾਉਣ ਦੇ ਲਈ ਜਿਹੜੀਆਂ 85% ਤੋਂ ਵੱਧ ਕੁਰਬਾਨੀਆਂ ਦਿੱਤੀਆਂ, 121 ਦੇ ਵਿੱਚੋਂ 92 ਫਾਂਸੀਆਂ ਸਿੱਖਾਂ ਦੀਆਂ ਹੋਈਆਂ, 2647 ਦੇ ਵਿੱਚੋਂ 2147 ਕਾਲੇ ਪਾਣੀ ਦੀਆਂ ਤੇ ਉਮਰ ਕੈਦਾਂ ਦੀਆਂ ਜੇਲ੍ਹਾਂ ਸਿੱਖਾਂ ਦੀਆਂ ਹੋਈਆਂ, ਤੇ ਸਿੱਖਾਂ ਦੇ ਬੇਅੰਤ ਸ਼ਹਾਦਤਾਂ ਹੋਈਆਂ। ਸਿੱਖਾਂ ਦੇ ਘਰ ਪਰਿਵਾਰ ਜਲਾਵਤਨ ਹੋ ਗਏ। ਸਿੱਖ ਵਕਤ ਉਸ ਸਮੇਂ ਵੀ ਜਲਾਵਤਨੀਆਂ ਪਈਆਂ, ਕਾਲੇ ਪਾਣੀ ਭੁਗਤੇ। ਉੱਥੋਂ ਦੇ ਹੀ ਜਦੋਂ ਆਜ਼ਾਦੀ ਹੁੰਦੀ ਆ ਤਾਂ ਪਹਿਲਾ ਸਿੱਖਾਂ ਦੇ ਨਾਲ ਤਾਂ ਟਕਰਾਅ ਉਸ ਸਮੇਂ ਸ਼ੁਰੂ ਹੋ ਗਿਆ, ਜਦੋਂ ਇੱਕ
ਵਕਤ ਦੇ ਜਿਹੜਾ ਹਾਕਮ ਸੀਗਾ ਉਹਨੇ ਚਿੱਠੀ ਕੱਢਤੀ ਵੀ ਇੱਕ ਸਿੱਖ ਜਰੈਮ ਪੇਸ਼ਾ ਕੌਮ ਆ, ਤੇ ਨਿਗਾਹ ਰੱਖਣ ਦੀ ਲੋੜ ਆ। ਸੋ ਇਹ ਟਕਰਾਅ ਤਾਂ ਸ਼ੁਰੂ ਤੇ ਹੋ ਗਿਆ। ਫਿਰ ਜਿਹੜਾ ਇਹ ਆਪਣਾ 1900 ਜਿਹੜਾ ਸ਼੍ਰੋਮਣੀ ਕਮੇਟੀ ਜਿਹੜੀ ਹੋਂਦ ਦੇ ਵਿੱਚ ਆਈ ਆ 1925 'ਚ, ਉਹ ਵੀ ਇੱਕ ਟਕਰਾਅ ਦੇ ਨਤੀਜੇ ਵਜੋਂ ਆਈ, ਜਦੋਂ ਮਹੰਤਾਂ ਨੂੰ ਅੰਗਰੇਜ਼ਾਂ ਨੇ ਮਹੰਤਾਂ ਨੂੰ ਗੁਰੂ ਘਰਾਂ 'ਚ ਬਿਠਾਲਤਾ। ਉਹਨਾਂ ਨੇ ਤਰ੍ਹਾਂ ਦੀ ਉੱਥੇ ਕਰਹਿਤਾਂ ਕਰਨੀਆਂ ਸ਼ੁਰੂ ਕਰਤੀਆਂ, ਮੂਰਤੀਆਂ ਦੀ ਪੂਜਾ ਸ਼ੁਰੂ ਕਰਨੀਆਂ, ਨਾਚ ਕਰਾਉਣੇ ਸ਼ੁਰੂ ਕਰਤੇ ਮੱਸਾ ਰੰਗੜ ਵਾਂਗੂ। ਉਹ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਦੇਸ਼ ਆਜ਼ਾਦ ਹੁੰਦਾ ਹੈ ਤਾਂ ਇਹਨਾਂ ਨੂੰ ਬੜੀ ਆਸ ਸੀਗੀ, ਜਿਵੇਂ ਵਾਅਦਾ ਕਰੇ ਹੋਏ ਆ ਵੀ ਉਸ ਦੇ ਬਾਅਦ ਜਿਹੜੀ ਸਰਕਾਰਾਂ ਹੈ ਉਹ ਉਹਨਾਂ ਨੇ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਨੇ ਵਾਅਦਾ ਕੀਤਾ ਸੀਗਾ ਸਿੱਖਾਂ ਦੇ ਨਾਲ ਵੀ ਤੁਹਾਨੂੰ ਇੱਕ ਐਸਾ ਖਿੱਤਾ ਦੇ ਦਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋਗੇ, ਤੇ ਇਹਨਾਂ ਨੇ ਵਿਸ਼ਵਾਸ ਕਰ ਲਿਆ। ਪਰ ਉਸ ਤੋਂ ਬਾਅਦ ਹੋਇਆ ਕੀ ਆ, 1947 ਤੋਂ ਬਾਅਦ ਚਿੱਠੀ ਨਿਕਲ ਗਈ। ਉਸ ਤੋਂ ਬਾਅਦ ਪੰਜਾਬੀ ਸੂਬਾ ਲੈਣ ਦੇ ਲਈ ਲੰਮੇ ਸਮਾਂ ਸੰਘਰਸ਼ ਸ਼ੁਰੂ ਹੋਇਆ, ਜੇਲ੍ਹਾਂ ਭਰੀਆਂ, ਕਈ ਸ਼ਹਾਦਤਾਂ ਹੋਈਆਂ। 1955 'ਚ ਐਕਸ਼ਨ ਹੋ ਗਿਆ, ਦਰਬਾਰ ਸਾਹਿਬ ਦੇ ਵਿੱਚ ਅਟੈਕ ਹੋਇਆ, 1984 'ਚ ਅਟੈਕ ਹੋ ਗਿਆ। ਸੋ ਸਿੱਖਾਂ ਦਾ ਤਾਂ ਟਕਰਾਓ ਲਗਾਤਾਰ ਚੱਲ ਰਿਹਾ। ਪਰ ਅਫਸੋਸ ਇਸ ਗੱਲ ਦਾ ਹੈ ਵੀ ਜਿਸ ਦੇਸ਼ ਦੇ ਲਈ ਉਹ ਸਰਹੱਦਾਂ ਤੇ ਜੀ ਰਹੇ, ਸਰਹੱਦਾਂ ਤੇ ਆਪਣੀਆਂ ਸ਼ਹਾਦਤਾਂ ਦੇ ਰਹੇ ਆ, ਜਿਸ ਦੇਸ਼ ਦੇ ਲਈ ਉਹਨਾਂ ਨੇ ਜਾਨਾਂ ਵਾਰਤੀਆਂ, ਆਪਣੇ ਪਰਿਵਾਰ ਨਿਸ਼ਾਵਰ ਕਰਤੇ, ਉਸ ਦੇਸ਼ ਦੇ ਵਿੱਚ ਵੀ ਇਹੋ ਜਿਹਾ ਸਲੂਕ ਹੋਣਾ ਇਹ ਬੜਾ ਹੀ, ਇਹ ਮੈਂ ਤਾਂ ਸੋਚਦਾ ਵੀ ਇਹ ਮਨੁੱਖਤਾ ਦੇ ਬਹੁਤ ਵੱਡਾ ਕਲੰਕ ਆ। ਉਹ ਬੰਦੇ ਜਿਹੜੇ ਕਰ ਰਹੇ ਆ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਉਹ ਕੌਮ ਆ ਇਹ ਜਿਹੜੀ ਕਿ ਜਦੋਂ ਕਦੇ ਹੜ੍ਹ ਆਉਂਦੇ ਆ ਤਾਂ ਇਹ ਮੂਹਰੇ, ਜਦੋਂ ਕੋਈ ਕਰੋਨਾ ਆਉਂਦਾ ਇਹ ਮੂਹਰੇ। ਪਰ 84 ਹੋਈ, 84 ਦੇ ਵਿੱਚ ਕੀ ਹੋਇਆ, ਨਾਲੇ ਸਾਡੇ ਦਰਬਾਰ ਸਾਹਿਬ ਢਾਤਾ, ਸਾਰਾ ਟੈਂਕਾਂ ਤੋਪਾਂ ਦੇ ਨਾਲ, ਜਿਹੜਾ ਅੰਗਰੇਜ਼ਾਂ ਨੇ ਵੀ ਨਹੀਂ ਕੰਮ ਕਰਿਆ ਸੀਗਾ ਉਹ ਇਸ ਹਕੂਮਤ ਨੇ ਕਰਤਾ, ਭਾਰਤੀ ਸਰਕਾਰ ਨੇ, ਆਜ਼ਾਦ ਨੇ। ਤੇ ਦੂਜੇ ਪਾਸੇ ਉਸ ਤੋਂ ਬਾਅਦ ਜੋ ਹੋਇਆ ਤੇ ਹੁਣ ਜੋ ਹੋ ਰਿਹਾ ਹੈ, ਜਦੋਂ ਆਜ਼ਾਦ ਹੋ ਗਿਆ ਤਾਂ ਸਭ ਤੋਂ ਪਹਿਲਾਂ ਦਿੱਲੀ ਜਿਹੜੀ ਸਿੱਖਾਂ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਅੱਡ ਕਰਕੇ ਇੱਕ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਸੋ ਉਸ ਤੋਂ ਬਾਅਦ ਸਾਡੇ ਵੀ ਜਿਹੜੀ ਇਹਦੇ ਵਿੱਚ ਮੈਂ ਇਹ ਵੀ ਮੰਨਦਾ ਹਾਂ ਵੀ ਜਿਹੜੀਆਂ ਸਾਡੀਆਂ ਲੀਡਰ ਸੀਗੇ ਉਹ ਵੀ ਕੁਝ ਸਮੇਂ ਤੋਂ ਬਾਅਦ ਉਹਨਾਂ 'ਚ ਵੀ ਕੁਰਸੀ ਦਾ ਮੋਹ ਜ਼ਿਆਦਾ ਆ ਗਿਆ ਤੇ ਉਹ ਸਿਧਾਂਤਕ ਤੌਰ ਤੇ ਦੂਰ ਹੋਣਾ ਸ਼ੁਰੂ ਹੋ ਗਏ। ਜਿਉਂ-ਜਿਉਂ ਸਿੱਖ ਲੀਡਰ ਸਿਧਾਂਤਾਂ ਤੋਂ ਪਰੇ ਹੁੰਦੇ ਚਲੇ ਗਏ ਤੇ ਸਾਡੇ 'ਚ ਗਿਰਾਵਟਾਂ ਆਉਣ ਲੱਗ ਗਈਆਂ। ਅਸੀਂ ਕੁਰਸੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ, ਕੁਰਸੀ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਹੀ ਹਕੂਮਤ ਨੇ ਸਿੱਖ ਕੌਮ ਦਾ ਘਾਣ ਵੀ ਕਰਨਾ ਸ਼ੁਰੂ ਕਰਤਾ। ਪਰ ਇਹ ਬਦੌਲਤ ਇਹ ਸਾਰਾ ਹੋਇਆ ਉਹਨਾਂ ਲੀਡਰਾਂ ਦੇ ਜਿਨ੍ਹਾਂ ਨੇ ਕੁਰਸੀ ਦੇ ਹੰਕਾਰ ਦੇ ਵਿੱਚ ਕੌਮ ਦਾ ਬੇੜਾ ਗਰਕ ਕਰਾਉਣ ਦੀ ਕਸਰ ਨਹੀਂ ਛੱਡੀ। ਇਹਦੇ ਵਿੱਚ ਆਲ ਇੰਡੀਆ ਗੁਰਦੁਆਰਾ ਐਕਟ ਤੋਂ ਵੀ ਹੱਥ ਧੋਇਆ ਇਹਨਾਂ ਨੇ। ਆਲ ਇੰਡੀਆ ਗੁਰਦੁਆਰਾ ਐਕਟ ਇਹਨਾਂ ਨੂੰ ਆਫਰ ਕੀਤਾ ਜਾ ਰਿਹਾ ਸੀਗਾ, ਪਰ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਦੇ ਜਿਹੜਾ ਪ੍ਰਧਾਨ ਸੀ ਗੁਰਚਰਨ ਸਿੰਘ ਟੌਹੜਾ ਤੇ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੇ ਸੋਚਿਆ ਵੀ ਜੇਕਰ ਇਹ ਆਲ ਇੰਡੀਆ ਗੁਰਦੁਆਰਾ ਐਕਟ ਬਣ ਗਿਆ ਤਾਂ ਸ਼ਾਇਦ ਸਰਦਾਰੀ ਬਾਹਰਲੇ ਸਿੱਖਾਂ ਦੀ ਹੋ ਜਾਵੇ, ਉਰੇ ਵਾਲਿਆਂ ਦੀ ਨਾ ਹੋਵੇ, ਵੀ ਸਾਡੀ ਚੌਧਰ ਚਲੀ ਜਾਵੇ। ਇਹ ਇੱਕ ਬਹੁਤ ਵੱਡਾ ਡਰਾ। ਕਿਤੇ ਆਲ ਇੰਡੀਆ ਗੁਰਦੁਆਰਾ ਐਕਟ ਬਣ ਰਿਹਾ ਤਾਂ ਕਿਤੇ ਹੁਣ ਕਮੇਟੀ ਟੁੱਟ ਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਗਈ। ਤੇ ਉਸ ਤੋਂ ਬਾਅਦ ਹੁਣ ਅਗਲਾ ਨਿਸ਼ਾਨਾ ਜਿਹੜੀ ਹੁਣ ਕਮੇਟੀ ਜਿਹੜੀ ਰਹਿ ਗਈ ਇਹਦੇ 'ਚ ਕੀ ਆ, ਪੰਜਾਬ ਦੇ ਮੈਂਬਰ ਆ, ਇੱਕ ਚੰਡੀਗੜ੍ਹ ਦਾ ਤੇ 1-2 ਮੈਂਬਰ ਹਿਮਾਚਲ ਦੇ ਆ। ਤੇ ਪਰ ਹੁਣ ਇਹ ਤੋਂ ਬਾਅਦ ਜਿਹੜਾ ਹੁਣ ਇਹ ਜਿਹੜਾ ਮੌਕਾ ਜਿਹੜਾ ਹੁਣ ਮੌਜੂਦਾ ਆਇਆ ਦਰਸ਼ਕ ਜੀ, ਇਹ ਮੌਕਾ ਦੇਣ ਦੇ ਕਿਸ ਗੱਲ ਤੇ ਆਇਆ? ਇਹ ਆਇਆ ਜਦੋਂ ਇੱਕ ਚੈਨਲ ਦੀ ਗੱਲ ਹੁੰਦੀ ਆ, ਤੇ ਚੈਨਲ ਵੀ ਉਹਦੀ ਜਿਹੜੀ ਕਿ ਜਦੋਂ 1984 'ਚ ਧਰਮ ਯੁੱਧ, ਉਹ ਤੋਂ 1982 ਧਰਮ ਯੁੱਧ ਮੋਰਚਾ ਸ਼ੁਰੂ ਹੁੰਦਾ ਹੈ, ਤਾਂ ਉਸ ਧਰਮ ਯੁੱਧ ਮੋਰਚੇ ਦੇ ਵਿੱਚ ਇੱਕ ਵੱਡੀ ਮੰਗ ਸੀਗੀ ਵੀ ਸਿੱਖਾਂ ਨੂੰ ਗੁਰਬਾਣੀ ਦੇ ਪ੍ਰਚਾਰ ਸੰਚਾਰ ਦੇ ਲਈ ਆਪਣਾ ਟਰਾਂਸਮੀਟਰ ਲਾਉਣਾ ਚਾਹੀਦਾ ਹੈ, ਆਪਣਾ ਕੋਈ ਸਿਸਟਮ, ਆਪਣਾ ਕੋਈ ਰੇਡੀਓ ਹੋਣਾ ਚਾਹੀਦਾ, ਕਿਉਂਕਿ ਉਸ ਸਮੇਂ ਟੈਲੀਵਿਜ਼ਨ ਵਗੈਰਾ ਨਹੀਂ ਸੀਗੇ। ਤਾਂ ਕੀ ਹੁੰਦਾ? ਨਹੀਂ, ਇਹ ਨਹੀਂ ਹੁੰਦਾ। ਬਲਕਿ ਇੱਕ ਮੈਂ ਦੱਸਣਾ ਚਾਹੂੰਗਾ ਤੁਹਾਨੂੰ, ਇੱਕ ਜਗਜੀਤ ਸਿੰਘ ਚੌਹਾਨ ਜਿਹੜਾ ਕਿ ਕਾਫੀ ਸਮਾਂ ਜਲਾਵਤਨ ਵੀ ਰਿਹਾ, ਖਾਲਿਸਤਾਨ ਦਾ ਰਾਸ਼ਟਰਪਤੀ ਕਹਿੰਦੇ ਸੀਗੇ, ਉਹ ਇੱਕ ਵਾਰ ਭਾਰਤ ਦੇ ਵਿੱਚ ਆ ਗਏ। ਤਾਂ ਭਾਰਤ ਦੇ ਵਿੱਚ ਜਦੋਂ ਆ ਗਏ ਉਹਨਾਂ ਦਾ ਇਹਨਾਂ ਨਾਲ ਜਿਹੜਾ ਉਹ ਵਿਚਾਰਧਾਰਕ ਮਤਭੇਦ ਠੀਕ ਹੋ ਗਏ ਹੋਣੇ, ਤਾਂ ਉਹਨਾਂ ਨੇ ਇੱਕ ਟਰਾਂਸਮੀਟਰ ਲਾਤਾ ਸੀਗਾ। ਉਹ ਟਰਾਂਸਮੀਟਰ ਵੀ ਹਟਾ ਦਿੱਤਾ ਗਿਆ ਸੀਗਾ। ਤੇ ਲੰਮੇ ਸਮੇਂ ਤੋਂ ਸਿੱਖ ਸੰਗਤਾਂ ਮੰਗ ਕਰ ਰਹੀਆਂ ਸੀਗੀਆਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਦਾ ਅਰਬਾਂ ਦਾ ਪੰਜਾਬ ਸਰਕਾਰ ਨਾਲੋਂ ਵੱਡਾ ਬਜਟ ਆ, ਵੀ ਇਹਨਾਂ ਨੂੰ ਆਪਣੇ ਜਿਹੜੇ ਚੈਨਲ ਸ਼ੁਰੂ ਕਰਨੇ ਚਾਹੀਦੇ ਆ, ਉਹ ਕਰਨੇ ਚਾਹੀਦੇ। ਤੇ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਈ ਵਾਰ ਇਹਨਾਂ ਨੂੰ ਹਦਾਇਤ ਵੀ ਕੀਤੀ, ਜਥੇਦਾਰ ਹਰਪ੍ਰੀਤ ਸਿੰਘ ਨੇ ਕਈ ਵਾਰ ਕਿਹਾ, ਪਰ ਕੋਈ ਅਸਰ ਨਹੀਂ ਹੋਇਆ। ਉਹ ਇੱਕ ਚੈਨਲ ਜਿਹੜਾ ਚੱਲਦਾ ਰਿਹਾ, ਜਿਹੜਾ ਇੱਕ ਚੈਨਲ ਜਿਹੜਾ ਚੱਲ ਰਿਹਾ ਸੀਗਾ ਇੱਕ ਪਰਿਵਾਰ ਦੀ ਇਜਾਰੇਦਾਰੀ ਹੇਠ, ਤਾਂ ਉਹ ਜਦੋਂ ਫਿਰ ਬਰਗਾੜੀ ਵਾਲੀ ਗੱਲ ਹੋ ਗਈ, ਬਰਗਾੜੀ ਦੇ ਵਿੱਚ ਗੋਲੀ ਚੱਲ ਪਈ, ਸਿੱਖ ਸੰਗਤਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ,
ਤੇ ਹੋਰ ਕਈ ਗੱਲਾਂ ਹੋ ਗਈਆਂ। ਬਟਾਲੇ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ, ਅਕਾਲੀ ਪੰਥਕ ਸਰਕਾਰ ਸਮੇਂ ਲੁਧਿਆਣੇ ਦੇ ਵਿੱਚ ਇੱਕ ਨੌਜਵਾਨ ਮਾਰਿਆ ਗਿਆ, ਇਹ ਇੱਕ ਪੰਡੌਰੀ ਰੁਕਮਾਨ ਨੌਜਵਾਨ ਮਾਰਿਆ ਗਿਆ, ਤੇ ਉਸ ਤੋਂ ਬਾਅਦ ਬਹਿਬਲ ਕਲਾਂ ਕੋਟਕਪੂਰੇ ਗੋਲੀ ਚੱਲੀ, 2 ਨੌਜਵਾਨ ਸ਼ਹੀਦ ਹੋ ਗਏ। ਤਾਂ ਉਹ ਤੇ ਜਿਹੜੇ ਜਿਨ੍ਹਾਂ ਜ਼ਾਲਮ ਪੁਲਿਸ ਅਫਸਰਾਂ ਨੇ ਇਹ ਸਿੱਖਾਂ ਦੀ ਨਸਲਕੁਸ਼ੀ ਕਰਨ 'ਚ ਰੋਲ ਨਿਭਾਇਆ, ਉਹਨਾਂ ਨੂੰ ਅਸੀਂ ਟਿਕਟਾਂ ਵੀ ਦੇਤੀਆਂ, ਉਹਨਾਂ ਦੇ ਪਰਿਵਾਰਾਂ ਨੂੰ, ਤੇ ਉਹਨਾਂ ਨੂੰ DGP ਦੇ ਅਹੁਦੇ ਤੇ ਵੀ ਲਾਤਾ ਗਿਆ। ਤੇ ਉਹ ਸਾਰਾ ਕੁਝ ਹੋਇਆ ਤਾਂ ਸਿੱਖ ਸੰਗਤ ਦੇ ਮਨ ਦੇ ਵਿੱਚ ਇਹਨਾਂ ਤੋਂ ਫਰਕ ਪੈਣਾ ਸ਼ੁਰੂ ਹੋ ਗਿਆ, ਕਿਉਂਕਿ ਇਹ ਲੋਕ ਇਹ ਸੋਚਦੇ ਸੀਗੇ ਵੀ ਜਿਹੜੇ ਵੀ ਅਸੀਂ ਜੋ ਮਰਜ਼ੀ ਕਰੀਏ, ਅਸੀਂ ਹੀ ਇਹਨਾਂ ਦੇ ਰਿਪਰੈਜ਼ੈਂਟੇਸ਼ਨ ਕਰਨੀ ਆ। ਪਰ ਇਹ ਸਮਝੇ ਨਹੀਂ ਆਇਆ ਵੀ ਜਿਹੜੀ ਇਹ ਕੌਮ ਆ ਇਹ ਕੇਵਲ ਸਿਧਾਂਤਾਂ ਨਾਲ ਬੰਨੀ ਵੀ ਹੈ। ਜਿਉਂ ਤੁਸੀਂ ਸਿਧਾਂਤਾਂ ਤੋਂ ਪਰਾਂ ਚੱਲੋਗੇ ਤਾਂ ਕੌਮ ਤੁਹਾਡੇ ਤੋਂ ਦੂਰ ਹੁੰਦੀ ਚਲੀ ਜਾਊਗੀ। ਆਮ ਸਿੱਖ, ਆਮ ਕਿਸਾਨ, ਆਮ ਪਰਿਵਾਰ ਉਹ ਦੂਰ ਹੁੰਦਾ ਚਲਾ ਗਿਆ। ਤੇ ਉਹਦਾ ਨਤੀਜਾ ਇਹ ਆ ਗਿਆ, ਸ਼੍ਰੋਮਣੀ ਕਮੇਟੀ ਨੇ ਜਦੋਂ ਇਹ ਕੰਮ ਨਹੀਂ ਕਰਿਆ ਤਾਂ ਇਹਦਾ ਫਾਇਦਾ ਉਠਾਇਆ ਉਹਨਾਂ ਤਾਕਤਾਂ ਨੇ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਇਹ ਨਿਗਾਹ ਰੱਖੀ ਸੀਗੀ ਵੀ ਸਿੱਖ ਕੌਮ ਨੂੰ ਕਿਵੇਂ ਆਪਣੇ ਅੰਦਰ ਅਸਿਮੀਲੇਟ ਕਰਨਾ, ਆਪਣੇ ਅੰਦਰ ਜਜ਼ਬ ਕਰਨਾ, ਜਿਵੇਂ ਬਾਕੀ ਘੱਟ ਗਿਣਤੀਆਂ ਨੂੰ ਕੀਤਾ ਹੈ ਭਾਰਤ ਦੇ ਵਿੱਚ। ਤੇ ਇਹਦਾ ਧੁਰਾ ਇੱਕੇ ਆ। ਮੈਂ ਦਰਸ਼ਕ ਜੀ ਤੁਹਾਨੂੰ ਬਿਲਕੁਲ ਸਪਸ਼ਟ ਕਰਨਾ, ਜਿਹੜਾ ਇੱਥੇ 3 ਪਾਰਟੀਆਂ ਇਸ ਸਮੇਂ ਚੱਲ ਰਹੀਆਂ ਮੇਨ, ਤਿੰਨੇ ਪਾਰਟੀਆਂ ਨੰਬਰ 1 ਤੇ ਮਨੂਵਾਦੀ ਪਾਰਟੀ ਆ, 1 ਨੰਬਰ 2 ਤੇ ਆ, 1 ਨੰਬਰ 3 ਤੇ ਆ। ਫਰਕ ਕੋਈ ਨਹੀਂ ਹੈਗਾ, ਸਾਰਿਆਂ ਦਾ ਰੂਲ ਅਸੂਲ ਇੱਕ ਆ। ਸਾਰਿਆਂ ਦੇ ਟਾਈਮ ਦੇ ਵਿੱਚ ਪਹਿਲੀਆਂ 2 ਪਾਰਟੀਆਂ ਜਿਹੜੀਆਂ ਵੱਡੀਆਂ ਉਹਨਾਂ ਦੇ ਟਾਈਮ ਘੱਟ ਗਿਣਤੀਆਂ ਦੇ ਜਿਹੜਾ ਉਹਨਾਂ ਦੀ ਨਸਲਕੁਸ਼ੀ ਹੋਈ ਆ, ਕਿਤੇ ਮੁਸਲਮਾਨਾਂ ਦੀ ਹੋ ਗਈ, ਕਿਤੇ ਸਿੱਖਾਂ ਦੀ ਹੋ ਗਈ, ਕਿਤੇ ਈਸਾਈਆਂ ਦੀ ਹੋ ਗਈ। ਇਹ ਸਿਸਟਮ ਚੱਲਦਾ ਰਿਹਾ। ਤੇ ਇਹ ਜਿਹੜਾ ਸਿਸਟਮ ਆਪਣਾ ਦਰਬਾਰ ਸਾਹਿਬ ਵਾਲਾ ਹੋਇਆ ਨਾ, ਇਹ ਅਸਲ ਦੇ ਵਿੱਚ ਤੁਸੀਂ ਇਹ ਨਾ ਸੋਚੋ ਇਹ ਇੱਕ ਜਿਹੜਾ ਹੈਗਾ ਇੱਕ ਚੈਨਲ ਦੀ ਗੱਲ ਆ। ਇਹ ਚੈਨਲ ਦੀ ਗੱਲ ਨਹੀਂ ਹੈਗੀ, ਇਹ ਇੱਕ ਸਿੱਖਾਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਕਰਨ ਦਾ ਇੱਕ ਰਾਹ ਕੱਢਿਆ ਗਿਆ ਹੈ। ਕਿਉਂਕਿ ਜਿਹੜੇ ਲੋਕ ਹੁਣ ਸਿੱਖੀ ਦੀ ਗੱਲ ਕਰਦੇ ਆ ਨਾ, ਉਹਨਾਂ ਦੇ ਉਹ ਬੰਦਿਆਂ ਨੂੰ, ਤੁਹਾਨੂੰ ਉਹਨਾਂ ਦਾ ਬਾਰੇ ਵੀ ਪਤਾ ਹੈ ਵੀ ਉਹ ਬੰਦੇ ਕਿੱਡੇ ਕੁ ਵੱਡੇ ਸਿੱਖਾਂ, ਤੇ ਉਹ ਕਿੰਨੇ ਕੁ ਵੱਡੇ ਜਿਹੜੇ ਗੱਲਾਂ ਕਹਿੰਦੇ ਆ ਵੀ ਅਸੀਂ ਜਦ ਅਸੀਂ ਕੋਲ ਦੀ ਲੰਘਦੇ ਆ ਅਸੀਂ ਤਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਜਾਂਦੇ ਆ। ਪਰ ਉਹ ਭੁੱਲ ਜਾਂਦੇ ਆ ਇਹ ਜਿਹੇ ਲੋਕ ਵੀ ਜਦੋਂ ਬਰਗਾੜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀਗਾ, ਜਿਹੜੇ ਉਹ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਅਫਸੋਸ ਮਨਾ ਰਹੇ ਸੀਗੇ, ਤੇ ਵੱਡਾ ਭਾਰੀ ਇਕੱਠ ਸੀਗਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਮੌਜੂਦਗੀ ਦੇ ਵਿੱਚ ਉਹ ਨੇਤਾ ਸ਼ਰਾਬ ਪੀ ਕੇ ਚਲੇ ਗਏ ਸੀਗੇ। ਤੇ ਇੱਕ ਭਾਈ ਜੋਗਾ ਸਿੰਘ ਉੱਤੇ ਹਮਲਾ ਲੱਗਿਆ ਸੀਗਾ ਕਰਨ, ਤਾਂ ਉਸ ਸਮੇਂ ਭਾਈ ਜਸਕਰਨ ਸਿੰਘ ਇਕਾਨ ਸਿੰਘ ਵਾਲਾ ਸ਼੍ਰੋਮਣੀ ਅਕਾਲੀ ਦਲ ਮੇਰੇ ਖਿਆਲ ਅੰਮ੍ਰਿਤਸਰ ਦਾ ਸੀਗਾ, ਉਹਨੇ ਉਹਨੂੰ ਬਚਾਇਆ ਸੀਗਾ, ਤੇ ਹੋਰ ਕਈ ਲੀਡਰਾਂ ਨੇ ਬਚਾਇਆ ਸੀਗਾ। ਸੋ ਅਜਿਹੀਆਂ ਘਟਨਾਵਾਂ, ਇਹ ਤਾਂ ਸਿਰਫ ਇੱਕ ਰਾਜਸੀ ਸਟੰਟ ਆ ਜਿਹੜਾ ਕਿ ਮੌਕਾ ਕਿਹਨੇ ਦਿਆ, ਮੌਕਾ ਦਿਆ। ਦਰਸ਼ਕ ਜੀ ਮੈਂ ਤੁਹਾਡੀ ਗੱਲ ਦਾ ਬਾਅਦ ਚ ਸੁਣਦਾ, ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦਿਓ। ਜਿਹੜਾ ਮੌਕਾ ਕਿਹਨਾਂ ਦਿਆ, ਮੌਕਾ ਦਿਆ ਸਾਡੇ ਲੀਡਰਾਂ ਨੇ, ਸਾਡੀ ਸ਼੍ਰੋਮਣੀ ਕਮੇਟੀ ਨੇ, ਸਾਡੇ ਉਸ ਪਰਿਵਾਰ ਨੇ ਜਿਨੇ ਲਗਾਤਾਰ ਸਿੱਖ ਸਿਧਾਂਤਾਂ ਦਾ ਘਾਣ ਕਰਿਆ ਤੇ ਜਥੇਦਾਰਾਂ ਦਾ ਵੀ ਇਨਸਲਟ ਕਰਨ 'ਚ ਕਸਰ ਨਹੀਂ ਛੱਡੀ। ਚਾਹੇ 1999 ਦਾ ਦੌਰ ਹੋਵੇ, ਜਦੋਂ ਜਥੇਦਾਰ ਰਣਜੀਤ ਸਿੰਘ ਨੂੰ ਉਹਨੇ ਜਿਹੜਾ ਹੁਕਮਨਾਮਾ ਉਹਨੇ ਕਰਿਆ ਸੀਗਾ ਵੀ ਵਿਸਾਖੀ ਤੱਕ ਖਾਲਸਾ ਪੰਥ ਦੀ 300 ਸਾਲਾ ਸਾਜਨਾ ਦਿਵਸ ਤੱਕ ਪਟੌੜਾ ਤੇ ਬਾਦਲ ਗਰੁੱਪ ਇਕਜੁੱਟ ਰਹਿਣ, ਅੱਡ ਨਾ ਹੋਣ। ਪਰ ਉਸ ਜਥੇਦਾਰ ਰਣਜੀਤ ਸਿੰਘ ਨੂੰ ਵੀ, ਜਿਹਨੂੰ ਹਾਥੀ ਤੋਂ ਲਿਆਂਦਾ ਸੀਗਾ, ਉਹਨੂੰ ਵਾਪਸ ਭੇਜ ਦਿੱਤਾ ਗਿਆ। ਉਸ ਸਮੇਂ ਇੱਕ ਵਾਰ ਜਿਹੜਾ ਐਕਟਿੰਗ ਜਥੇਦਾਰ ਮਨਜੀਤ ਸਿੰਘ ਸੀਗਾ, ਜਿਹਨੇ 21 ਦੀ ਗੱਲ ਚਲਾਈ ਸੀ, ਕਿਵੇਂ 10,000 ਦੀ ਧਾੜ ਵੀ ਉਹ ਲੀਡਰ ਲੈ ਕੇ ਗਏ ਸੀਗੇ ਬਾਦਲ ਸਾਹਿਬ ਹੋਣੀ, ਤੇ ਕਿਵੇਂ ਉਹਨੇ ਬਾਥਰੂਮ 'ਚ ਲੁੱਕ ਕੇ ਆਪਣੀ ਜਾਨ ਬਚਾਈ ਸੀਗੀ, ਦਰਵਾਜ਼ੇ ਤੱਕ ਭੰਨੇ ਸੀਗੇ। ਉਹ ਵੀ ਸਾਰਿਆਂ ਦੇ ਸਾਹਮਣੇ ਆ ਵੀ ਕਿੰਨੀ ਕੁ ਰਿਸਪੈਕਟ ਆ ਉਹਨਾਂ ਲੋਕਾਂ ਦੇ ਮਨ 'ਚ। ਪਰ ਸਿੱਖ ਬਹੁਤ ਛੇਤੀ ਭੁੱਲ ਜਾਂਦੇ ਆ। ਸਿੱਖਾਂ ਦੀ ਪ੍ਰੋਬਲਮ ਇਹ ਆ ਵੀ ਸਿੱਖ ਸਿਧਾਂਤਾਂ ਤੋਂ ਉੱਠ ਕੇ ਛੋਟੀਆਂ ਗੱਲਾਂ ਜਾ ਕੇ ਉਹ ਭੁੱਲ ਜਾਂਦੇ ਆ ਵੀ ਕਿਹਨਾਂ ਲੋਕਾਂ ਨੇ ਸਾਡੇ ਤੇ ਜ਼ੁਲਮ ਕਰਿਆ, ਕਿਹਨਾਂ ਲੋਕਾਂ ਨੇ ਸਾਡੇ ਤੇ ਤਸ਼ੱਦਦ ਕਰਿਆ, ਕਿਹਨਾਂ ਲੋਕਾਂ ਨੇ ਸਾਡੇ ਸਿਧਾਂਤਾਂ ਦੀ ਘਾਣ ਕਰੀ। ਪਰ ਉਹ ਛੋਟੇ-ਮੋਟੇ ਲਾਭਾਂ ਦੇ ਲਈ ਫੇਰ ਦੂਏ ਪਾਸੇ ਚਮਚਾਗਿਰੀ ਕਰਨ ਲਈ ਉਹ ਇਕੱਠੇ ਹੋ ਜਾਂਦੇ ਆ। ਤੇ ਆਹ ਜਿਹੜਾ ਜਥੇਦਾਰ ਸਾਹਿਬ ਨੇ ਲੰਮੇ ਸਮੇਂ ਤੋਂ ਕਹਿ ਰਹੇ ਸੀਗੇ ਵੀ ਆਪਣਾ ਚੈਨਲ ਸ਼ੁਰੂ ਕਰੋ, ਉਹ ਕਰੋ, ਇਹ ਨਹੀਂ ਮੌਕਾ ਦਿੱਤਾ ਗਿਆ ਤੇ ਨਾ ਚੈਨਲ ਸ਼ੁਰੂ ਕਰਿਆ। ਹਾਲਾਂਕਿ ਵਿਦੇਸ਼ਾਂ ਦੇ ਵਿੱਚੋਂ ਸਤਲੁਜ ਇੱਕ ਟੀਵੀ ਵਾਲੇ ਆ, ਉਹਨਾਂ ਨੇ ਸਾਰਾ ਕਿਹਾ ਵੀ ਅਸੀਂ ਚੈਨਲ ਸ਼ੁਰੂ ਕਰ ਦਿੰਦੇ ਆ, ਸੰਗਤਾਂ ਨੇ ਕਿਹਾ ਸੀ ਕਰੋੜਾਂ ਰੁਪਏ ਦੇ ਦਿੰਦੇ ਆ, ਪਰ ਨਹੀਂ, ਕਰਨਾ ਨਹੀਂ ਹੈਗਾ। ਤਾਂ ਇਹਦਾ ਮੌਕਾ ਹੁਣ ਫਾਇਦਾ ਉਠਾ ਲਿਆ ਇਸ ਧਿਰ ਨੇ। ਉਹ ਧਿਰ ਨੇ ਫਾਇਦਾ ਉਠਾਇਆ, ਉਹਨੇ ਇੱਕ ਕੱਢ ਕੇ ਕਲੌਜ਼ ਵੀ ਮੈਂ ਤਾਂ ਇਹ ਐਕਟ ਦੇ ਵਿੱਚ ਇੱਕ ਸੰਸ਼ੋਧਨ ਕਰਨ ਜਾ ਰਿਹਾ 125A ਲਾ ਕੇ। ਉਹਨੇ ਕਹਿਤਾ ਵੀ ਜਿਹੜਾ ਗੁਰਬਾਣੀ ਆ ਵੀ ਗੁਰਬਾਣੀ ਸਾਰੇ ਚੈਨਲ ਪ੍ਰਸਾਰਿਤ ਕਰਨਗੇ। ਤੇ ਉਹਦੇ ਵਿੱਚ ਇਹਦੇ 'ਚ ਇਹ ਨਾ ਸੋਚੋ ਵੀ ਉਹਨਾਂ ਦਾ ਗੁਰਬਾਣੀ ਨਾਲ ਬਹੁਤ ਪਿਆਰ ਆ, ਉਹ ਮੈਂ ਤੁਹਾਨੂੰ ਪਹਿਲਾਂ ਦੱਸਦਾ। ਕਿਉਂਕਿ ਉਹਨਾਂ ਨੇ ਜਿਹੜਾ ਇਹ ਵੀ ਲਫ਼ਜ਼ ਵਰਤਿਆ ਨਾ,
ਸੀਐਮ ਸਾਹਿਬ ਨੇ, ਉਹਨਾਂ ਨੇ ਕਿਹਾ ਮੈਂ ਗੁਰਬਾਣੀ ਨੂੰ ਮਸੰਦਾਂ ਤੋਂ ਆਜ਼ਾਦ ਕਰਾ ਕੇ ਰਹੂੰਗਾ। ਉਹ ਭੁੱਲ ਗਿਆ ਵੀ ਗੁਰਬਾਣੀ ਨੂੰ ਕੋਈ ਗੁਲਾਮ ਕਰੇ ਨਹੀਂ ਸਕਦਾ। ਗੁਰਬਾਣੀ ਨਾ ਕਦੇ ਗੁਲਾਮ ਹੋਈ ਆ ਤੇ ਨਾ ਕਦੇ ਹੋਊਗੀ। ਗੁਰਬਾਣੀ ਦਾ ਗੁਰੂ ਦੀ ਬਾਣੀ ਆ ਜਿਹੜੀ ਕਿ ਸਿੱਧੀ ਧੁਰ ਦਰਗਾਹੋਂ ਆਉਂਦੀ ਆ, ਜਿਹਦੇ ਗੁਲਾਮ ਤਾਂ ਦੁਨੀਆ ਹੈ। ਵੀ ਤੁਸੀਂ ਕਿਹੜੀਆਂ ਗੱਲਾਂ ਤੁਰੇ ਫਿਰਦੇ ਹੋ। ਤੋ ਦਰਸ਼ਕ ਜੀ, ਇਹ ਜਿਹੜੀਆਂ ਗੱਲਾਂ ਹੈ ਨਾ, ਜਿਹੜੀ ਇਹ ਗੱਲ ਕਹੀ ਗਈ ਆ, ਇਹ ਮੌਕਾ ਭਾਵੇਂ ਸਾਨੂੰ ਦਿਆ, ਪਰ ਇੱਕ ਮਿੰਟ, ਆਪਾਂ ਗੱਲ ਕਰ ਰਹੇ ਸੀਗੇ ਵੀ ਜਿਹੜੀ ਸਿੱਖ ਸੰਸਥਾਵਾਂ ਨੂੰ ਢਾਹ ਲੱਗ ਰਹੀ ਹੈ, ਇਹ ਸਮੇਂ ਵੀ ਢਾਹ ਲੱਗ ਰਹੀ ਹੈ, ਮੌਜੂਦਾ ਸਰਕਾਰ ਵੀ ਢਾਹ ਲਾ ਰਹੀ ਹੈ, ਤੇ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਮੌਕਾ ਮਿਲ ਗਿਆ, ਉਹਦਾ ਕਾਰਨ ਇਹੀ ਸੀਗਾ ਕਿ ਜਿਹੜੀ ਸਾਡੀ ਅਕਾਲੀ ਲੀਡਰਸ਼ਿਪ ਹੈ ਉਹਨੇ ਬਹੁਤ ਸਾਰੀਆਂ ਗਲਤੀਆਂ ਕੀਤੀਆਂ। ਇਹਨਾਂ ਗਲਤੀਆਂ ਦੇ ਕਾਰਨ ਹੀ ਇਹ ਸਾਰਾ ਕੁਝ ਹੋਇਆ। ਦੂਜੀ ਗੱਲ ਇਹ ਹੈ ਕਿ ਬਰਾੜ ਸਾਹਿਬ ਇਹ ਵੀ ਤਾਂ ਦੱਸੋ ਕਿ ਜਿਹੜੇ ਸਾਡੇ ਹੁਣ ਜਿਵੇਂ ਐਡੇ ਐਡੇ ਜਥੇਦਾਰ ਹੋਏ ਨੇ, ਐਡੇ ਐਡੇ ਅਕਾਲੀ ਫੂਲਾ ਸਿੰਘ ਵਰਗੇ ਜਾਂ ਹੋਰ ਬਹੁਤ ਸਾਰੇ ਬੜੇ ਵੱਡੇ ਸਿੰਘ ਸਾਹਿਬ ਹੋਏ ਨੇ, ਜਿਨ੍ਹਾਂ ਤੋਂ ਰਾਜੇ ਵੀ ਡਰਦੇ ਹੁੰਦੇ ਸੀ, ਉਸ ਸਮੇਂ ਦੇ ਮਹਾਰਾਜੇ ਵੀ ਡਰਦੇ ਹੁੰਦੇ ਸੀਗੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ ਸਮੇਂ ਤੋਂ ਇਹ ਜਿਹੜਾ ਅਕਾਲੀ ਦਲ ਹੈ ਉਹ ਜਿਸ ਤਰੀਕੇ ਨਾਲ ਕੰਪਨੀ ਬਣ ਗਿਆ, ਉਸ ਨੇ ਜਿਹੜੇ ਜਥੇਦਾਰਾਂ ਨੂੰ ਯੂਜ਼ ਕਰਨਾ ਸ਼ੁਰੂ ਕਰਤਾ, ਉਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਤੇ ਇਸ ਗੱਲ ਕਰਕੇ ਵੀ ਜਿਹੜੇ ਜਥੇਦਾਰ ਆ ਉਹਨਾਂ ਦੇ ਵੱਡੇ ਕੱਦ ਨਹੀਂ ਰਹੇ ਹੈਗੇ, ਇਸ ਗੱਲ ਕਰਕੇ ਵੀ ਇਹਨਾਂ ਸੰਸਥਾਵਾਂ ਨੂੰ ਨੁਕਸਾਨ ਪਹੁੰਚ ਰਿਹਾ। ਬਿਲਕੁਲ ਤੁਸੀਂ ਦਰਸ਼ਕ ਜੀ ਬਿਲਕੁਲ ਸਹੀ ਕਿਹਾ ਤੇ ਸਹੀ ਨਬਜ਼ ਫੜੀ ਆ। ਕਿਉਂਕਿ ਜਿਹੜੇ ਜਥੇਦਾਰ, ਜੇ ਵਾਕਈ ਜਥੇਦਾਰ ਹੈ ਉਹ ਦਿਲੋਂ ਵੀ ਹੋਣ ਤਾਂ ਉਹ ਬਾਣੀ ਦੇ ਵਿੱਚ ਵੀ ਪ੍ਰਪੱਕ ਹੁੰਦੇ ਤੇ ਸਿੱਖ ਸਿਧਾਂਤਾਂ 'ਚ ਵੀ ਪ੍ਰਪੱਕ ਹੁੰਦੇ। ਜੇਕਰ ਸਿੱਖ ਸਿਧਾਂਤਾਂ ਤੇ ਬਾਣੀ 'ਚ ਪੂਰੀ ਤਰ੍ਹਾਂ ਪ੍ਰਪੱਕ ਹੁੰਦੇ ਤਾਂ ਉਹ ਅਕਾਲੀ ਫੁੱਲਾ ਸਿੰਘ ਵਾਂਗੂ ਮਹਾਰਾਜਾ ਰਣਜੀਤ ਸਿੰਘ ਦੇ ਕੋੜੇ ਮਾਰਨ ਦਾ ਵੀ ਆਰਡਰ ਕਰ ਦਿੰਦੇ ਆ, ਤਾਂ ਉਹਨਾਂ 'ਚ ਜੁਰਤ ਹੁੰਦੀ ਆ। ਤੇ ਉਹ ਬੰਦੇ ਆ ਜਿਹੜੇ ਅਕਾਲੀ ਫੁੱਲਾ ਸਿੰਘ ਵਾਂਗੂ ਕਿਰਪਾਨ ਲੈ ਕੇ ਮੈਦਾਨ ਦੇ ਵਿੱਚ ਜਿਹੜੇ ਮੁਲਤਾਨ ਦਾ ਕਿਲਾ ਉਹ ਵੀ ਢਾਣ ਨੂੰ ਤੁਰ ਪੈਂਦੇ ਆ, ਤੇ ਵੱਡੀਆਂ ਲੜਾਈਆਂ ਵਿੱਚ ਦੁਸ਼ਮਣਾਂ ਦੇ ਛੱਕੇ ਛਡਾਉਂਦੇ ਰਹੇ ਆ ਅਕਾਲੀ ਫੁੱਲਾ ਸਿੰਘ ਵਰਗੇ। ਤਾਂ ਭਾਈ ਮਨੀ ਸਿੰਘ ਵਰਗੇ ਤੁਸੀਂ ਪਤਾ ਹੀ ਆ ਤੁਹਾਨੂੰ ਕਿਸ ਤਰੀਕੇ ਗੱਲ ਉਹਨਾਂ ਨੇ ਬੰਦ ਕਟਾਇਆ, ਤੁਹਾਡੇ ਸਭ ਦੇ ਸਾਹਮਣੇ ਆ। ਜੱਸਾ ਸਿੰਘ ਆਹਲੂਵਾਲੀਏ ਵਰਗੇ, ਜਿਨ੍ਹਾਂ ਨੇ ਕੌਮ ਨੂੰ ਕਿੰਨੀ ਸੇਧ ਦਿੱਤੀ ਤੇ ਦਿੱਲੀ ਤਖਤ ਤੇ ਉਹਨਾਂ ਨੇ ਜਿਹੜਾ ਕੇਸਰੀ ਨਿਸ਼ਾਨ ਵੀ ਝਲਾਤਾ ਸੀਗਾ ਤੇ ਸਿੱਖ ਕੌਮ ਨੂੰ ਇਕੱਠਾ ਵੀ ਕਰਕੇ ਰੱਖਿਆ, ਕਿਉਂਕਿ ਉਹ ਕਹਿਣੀ ਤੇ ਕਰਨੀ ਦੇ ਪੂਰੇ ਸੀਗੇ। ਹੁਣ ਦੇ ਜਿਹੜੇ ਜਥੇਦਾਰ ਆ ਨਾ, ਇਹ ਜਥੇਦਾਰ ਘੱਟ ਮੁਲਾਜ਼ਮ ਜ਼ਿਆਦੇ ਬਣ ਗਏ, ਤੇ ਮੁਲਾਜ਼ਮ ਵੀ ਇਹਨਾਂ ਨੂੰ ਇਸ ਤਰੀਕੇ ਗੱਲ ਬਣਾਤਾ ਵੀ ਕਦੇ ਰੱਖ ਲਿਆ ਕਦੇ ਕੱਢਤਾ, ਕਦੇ ਰੱਖ ਲਿਆ ਤੇ ਕੱਢਤਾ। ਹੁਣ ਜਿਹੜਾ ਰੱਖਣ ਵਾਲਾ ਹੈ, ਇਹ ਰੱਖਣ ਵਾਲਾ ਹੈ ਉਹ ਜ਼ਿਆਦੇ ਭਾਰੂ ਪੈ ਗਿਆ, ਕਿਉਂਕਿ ਜਿਹੜਾ ਇੰਪਲੋਇਰ ਹੁੰਦਾ, ਜਿਹੜਾ ਸਾਨੂੰ ਰੱਖਦਾ, ਉਹ ਜ਼ਿਆਦਾ ਤਾਕਤਵਰ ਹੁੰਦਾ ਰੱਖਣ ਵਾਲੇ ਨੂੰ। ਕਹਿਣ ਨੂੰ ਅਸੀਂ ਦੇਖੋ, ਇੱਕ ਜਿਹੜੀ ਜਥੇਦਾਰ ਦੀ ਜਿਹੜੀ ਚੋਣ ਆ ਨਾ, ਜਥੇਦਾਰ ਦੀ ਚੋਣ ਜਿਹੜੇ ਤਰੀਕੇ ਗੱਲ ਹੋਈ ਆ, ਉਹਨੇ ਜਥੇਦਾਰਾਂ ਨੂੰ ਕਮਜ਼ੋਰ ਕਰਨ ਦਾ ਬਹੁਤ ਵੱਡਾ ਰਾਹ ਪੱਧਰਾ ਕਰਿਆ। ਉਹਦੇ 'ਚ ਜਥੇਦਾਰ ਦੀ ਜਦੋਂ ਕੋਈ ਜਥੇਦਾਰ ਸਟੈਂਡ ਲੈਣ ਦੀ ਕੋਸ਼ਿਸ਼ ਕਰਦਾ, ਉਹਨੂੰ ਲਾ ਕੇ ਉਹ ਮਾਰਦੇ ਆ ਨਾਲ ਦੀ ਨਾਲ। ਇਹ ਵੀ ਗੱਲ ਬਿਲਕੁਲ ਸਹੀ ਆ। ਹਾਲਾਂਕਿ ਜਦੋਂ ਤੱਕ ਸਿੱਧੀ ਜਥੇਦਾਰਾਂ ਦੀ ਚੋਣ ਪੁਰਾਣੇ ਸਮਿਆਂ ਦੇ ਵਿੱਚ ਸਰਬੱਤ ਖਾਲਸਿਆਂ ਦੁਆਰਾ ਹੁੰਦੀ ਰਹੀ, ਉਹ ਜਥੇਦਾਰਾਂ ਨੇ ਜਥੇਦਾਰੀ ਕਰਕੇ ਦਿਖਾਈ ਆ। ਉਹ ਜਥੇਦਾਰ ਕਦੇ ਵੀ ਮਤਲਬ ਆਪਣੇ ਸਿਧਾਂਤਾਂ ਤੋਂ ਇੱਧਰ ਉੱਧਰ ਨਹੀਂ ਹੋਏ। ਜੇ ਕਦੇ ਕੋਈ ਸਰਕਾਰ ਨੇ ਫਾਇਦਾ ਉਠਾ ਕੇ ਅਜੀਤ ਸਿੰਘ ਵਰਗਾ ਜਾਂ ਜਿਹੜੇ ਪਿਰਥੀ ਚੰਦੀਆਂ ਵਰਗੇ ਪਰਿਵਾਰਾਂ 'ਚੋਂ ਅਕਾਲ ਤਖਤ ਦੇ ਸਰਬਰਾਹ ਥਾਪਤੇ, ਤਾਂ ਉਹ ਵੀ ਭਾਈ ਮਨੀ ਸਿੰਘ ਵਰਗਿਆਂ ਨੇ ਫਿਰ ਖਦੇੜੇ ਆ, ਫਿਰ ਭਜਾਏ ਆ। ਤੇ ਪਰ ਉਹਨਾਂ ਨੇ ਅਕਾਲ ਤਖਤ ਦੇ ਨਾਂ ਨੂੰ, ਅਕਾਲ ਤਖਤ ਦੇ ਸਿਧਾਂਤ ਨੂੰ ਢਾਹ ਨਹੀਂ ਲੱਗਣ ਲਾਤੀ। ਜਿਵੇਂ ਕਿ ਪਿੱਛੇ ਜੇ ਗੁਰਬਚਨ ਸਿੰਘ ਨਾਂ ਦਾ ਇੱਕ ਜਥੇਦਾਰ ਸੀਗਾ, ਜਥੇਦਾਰ ਕਹਿਣ ਨੂੰ ਤਾਂ ਵੈਸੇ ਉਹਨੂੰ ਕਲੰਕਾ ਜਥੇਦਾਰ ਜੇ ਆਪਾਂ ਕਹਿੰਦੇ ਆ, ਉਸ ਨੇ ਇਸ ਪਰਿਵਾਰ ਦੇ, ਬਾਦਲ ਪਰਿਵਾਰ ਦੇ ਕਹਿਣ ਤੇ ਪ੍ਰੇਮੀਆਂ ਨੂੰ ਮਾਫ ਕਰਤਾ। ਪਹਿਲਾਂ ਕਹਿੰਦਾ ਨਾ ਜੀ, ਕਹਿੰਦਾ ਉਹ ਮਾਫ ਹੋ ਗਿਆ, ਉਹਦੀ ਚਿੱਠੀ ਵੀ ਨਹੀਂ ਆਈ, ਧੱਕੇ ਦੇ ਮਾਫ ਕਰਕੇ। ਫਿਰ ਜਦੋਂ ਲੋਕਾਂ ਦਾ ਰੌਲਾ ਪਿਆ, ਫਿਰ ਮਾਫੀ ਵਾਪਸ ਲੈ ਲਈ। ਸੋ ਇਹ ਜਿਹੇ ਜਥੇਦਾਰ ਆ ਜਿਹੜੇ ਕਿ ਜਥੇਦਾਰ ਹਾਕਮ ਦੇ ਮੂਹਰੇ ਖੜਾਉਣ ਦੀ ਜੁਰਤ ਨਹੀਂ ਰੱਖਦੇ। ਜਿਹੜੇ ਜਥੇਦਾਰ ਕਿਸੇ ਨੂੰ ਗੱਲ ਇਹ ਤੇ ਇਹਦੇ ਨਾਲ ਤਾਂ ਦਰਸ਼ਨ ਸਿੰਘ ਜਥੇਦਾਰ ਵਧੀਆ ਸੀਗਾ, ਜਿਹਨੇ ਬਰਨਾਲੇ ਨੂੰ ਰੱਸਾ ਬੰਨ੍ਹ ਲਿਆ ਤਾਂ ਉਹਦੇ ਥੰਮ ਦੇ ਨਾਲ, ਕੋਈ ਕਰਿਆ ਤਾਂ ਸੀ ਨਾ। ਪਰ ਉਸ ਤੋਂ ਬਾਅਦ ਕਿਸੇ ਜਥੇਦਾਰ ਦੀ ਕੋਈ ਗੱਲ ਹੀ ਨਹੀਂ ਆਈ। ਗੁਰਦਿਆਲ ਸਿੰਘ ਜਨੋਆ ਸੀਗਾ, ਜਿਨ੍ਹਾਂ ਨੇ ਨਿਰੰਕਾਰੀਆਂ ਦੇ ਖਿਲਾਫ ਹੁਕਮਨਾਮਾ ਜਾਰੀ ਕਰਤਾ ਸੀਗਾ। ਉਹਦਾ ਦੇਖੋ, ਉਹ ਤੇ ਬਾਅਦ ਜੋ ਉਹਨਾਂ ਨੇ ਪ੍ਰਵਾਹ ਥੋੜੀ ਕਰੀ ਆ। ਤੇ ਇੱਕ ਵੈਸੇ ਜੋਗਿੰਦਰ ਸਿੰਘ ਵਿਦਾਂਤੀ ਨੇ ਵੀ ਇੱਕ ਵਧੀਆ ਕੰਮ ਕਰਿਆ ਸੀਗਾ RSS ਦੇ ਖਿਲਾਫ। ਉਹਨਾਂ ਨੇ ਇੱਕ ਤੇ ਹੁਕਮਨਾਮਾ ਜਾਰੀ ਕੀਤਾ, ਪਰ ਲਾਗੂ ਕਿਹਨੇ ਕਰਿਆ? RSS ਦੇ ਤਾਂ ਕੈਂਪ ਲਵਾਉਂਦੇ ਰਹੇ ਆ ਅਕਾਲੀ ਦਲ ਵਾਲੇ ਕੈਂਪ ਲਵਾਉਂਦੇ ਰਹੇ, ਸਾਰਾ ਕੁਝ ਕਰਦੇ ਨੇ, ਪੂਰੇ ਹੋ ਗਏ। ਮਤਲਬ ਦਲੇਰ ਜਥੇਦਾਰ ਦੀ ਗੱਲ ਕਰਦੇ ਆ ਰਹੇ ਆ। ਵੈਸੇ ਵਿਰਸਾ ਸਿੰਘ ਬਲਟੋਹਾ ਨੇ ਵੀ ਇਹ ਗੱਲ ਕਹੀ ਹੈ ਵੀ ਦਲੇਰੀ ਚਾਹੀਦੀ ਹੈ, ਉਹਨਾਂ ਦਾ ਕੋਈ ਸਿਆਸੀ ਮਕਸਦ ਹੋ ਸਕਦਾ ਹੈ। ਪਰ ਇਹ ਹੈ ਕਿ ਇਹੋ ਜਿਹੇ ਜਥੇਦਾਰ ਵੀ ਰਹੇ ਹੈ ਜਿਹੜੇ ਗਿਆਨੀ ਜ਼ੈਲ ਸਿੰਘ
ਨੇ ਇਹ ਗੱਲ ਕਹੀ ਸੀ ਕਿ ਮੇਰੇ ਭਤੀਜੇ ਦਾ ਜਿਹੜਾ ਹੈਗਾ ਆਨੰਦ ਕਾਰਜ ਕਰਵਾ ਦਿਓ, ਤਾਂ ਉਹਨਾਂ ਨੇ ਇਹ ਕਹਿਤਾ ਸੀਗਾ ਕਿ ਤੁਹਾਡਾ ਜਿਹੜਾ ਭਤੀਜਾ ਹੈ ਪਤਿਤ ਹੈ, ਇਸ ਗੱਲ ਕਰਕੇ ਅਸੀਂ ਆਨੰਦ ਕਾਰਜ ਨਹੀਂ ਕਰ ਸਕਦੇ ਹੈਗੇ। ਤੇ ਸਾਡੇ ਜਥੇਦਾਰ ਦਾ ਤੁਹਾਨੂੰ ਪਤਾ ਕਿ ਕਿਵੇਂ ਆਪਾਂ ਵਿਆਹ ਸ਼ਾਦੀਆਂ ਦੇ ਉੱਤੇ ਰਾਗਵ ਚੱਡੇ ਦੇ ਵੀ ਚਲੇ ਗਏ, ਉਹਦੇ ਦੂਏ ਦੇ ਵੀ ਚਲੇ ਗਏ, ਚੰਨੀ ਦੇ ਵੀ। ਇਸ ਗੱਲ ਜਿਹੜੀ ਸਿੱਖ ਸੰਸਥਾਵਾਂ, ਜਿਹੜੀ ਆਪਾਂ ਸਿੱਖ ਸੰਸਥਾਵਾਂ ਦੀ ਕਮਜ਼ੋਰੀ ਦੀ ਗੱਲ ਕਰ ਰਹੇ ਹਾਂ ਨਾ, ਇਹ ਇਸੇ ਤਰੀਕੇ ਨਾਲ ਕਮਜ਼ੋਰ ਹੋ ਰਹੀਆਂ ਨੇ। ਤੇ ਇੱਕ ਦੂਜਾ ਉਹਨਾਂ ਦੇ ਸਿਆਸੀ ਜਿਹੜੇ ਆਕਾ ਨੇ ਉਹ ਆਪਣੇ ਢੰਗ ਦੇ ਨਾਲ ਕੰਮ ਕਰਵਾ ਰਹੇ ਨੇ। ਦੇਖੋ ਦਰਸ਼ਕ ਜੀ, ਮੈਂ ਨਾ ਤੁਹਾਡੀ ਗੱਲ ਵਿੱਚ ਰਹਿੰਦੀ ਗੱਲ ਮੈਨੂੰ ਪੂਰੀ ਕਰਨੀ ਬਹੁਤ ਜ਼ਰੂਰੀ ਆ, ਕਿਉਂਕਿ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਇਹਨਾਂ ਦੀਆਂ ਸੰਸਥਾਵਾਂ ਦੀ ਕਮਜ਼ੋਰੀ ਕਰਕੇ, ਨਿੱਜੀ ਕਮਜ਼ੋਰੀਆਂ ਕਰ ਗਈਆਂ, ਪਰਿਵਾਰ ਪ੍ਰਸਤੀ ਕਰਕੇ, ਅਹੁਦੇ ਦੀ ਭੁੱਖ ਕਾਰਨ, ਕੁਰਸੀ ਦੀ, ਪਰਿਵਾਰ ਦੀ ਭੁੱਖ ਕਾਰਨ ਜਿਹੜੀਆਂ ਕਮਜ਼ੋਰੀਆਂ ਆਈਆਂ, ਉਹਦਾ ਨਤੀਜਾ ਇਹ ਹੋਇਆ ਵੀ ਇਹਨਾਂ ਨੂੰ ਜਿਹੜਾ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀਗਾ ਉਹਦਾ ਫਾਇਦਾ ਉਠਾਉਂਦੇ ਹੋਏ ਸਿੱਖਾਂ ਦੇ ਵਿੱਚ ਆਪਣਾ ਪ੍ਰਭਾਵ ਵਧਾਉਣ ਦੇ ਲਈ ਉਹਨਾਂ ਨੇ ਜਿਹੜੀ ਆ 2 ਦਿਨਾਂ ਦਾ ਵਿਧਾਨ ਸਭਾ ਬਣਾ ਕੇ ਉਹਨਾਂ ਨੇ ਆਪਣੀ ਗੱਲ ਰੱਖੀ। ਬੇਸ਼ੱਕ ਔਰ ਗੱਲ ਰੱਖਣ ਦੇ ਨਾਲ ਉਹਨਾਂ ਨੇ ਕੀ ਕਿਹਾ, ਉਹਨੇ ਦਾੜੀ ਤੱਕ ਤੇ ਅਟੈਕ ਕਰ ਗਿਆ। ਉਹ ਦਾੜੀ ਵਾਲਾ ਕਹਿ ਗਿਆ ਵੀ ਕਦੇ ਕੋਈ ਦਾੜੀ ਬੰਨ੍ਹ ਲੈਂਦਾ, ਕਦੇ ਕੋਈ ਦਾੜੀ ਖੋਲ ਲੈਂਦਾ। ਮੈਂ ਕਹਿਣਾ ਇਹ ਗੱਲ ਕਹਿ ਕੇ ਭਗਵੰਤ ਸਿੰਘ ਮਾਨ ਨੇ ਸਿੱਖ ਕੌਮ ਦੇ ਕਕਾਰਾਂ ਤੇ ਉਹਨਾਂ ਤੇ ਅਟੈਕ ਕੀਤਾ। ਜਿਹੜੇ ਗੁਰੂ ਸਾਹਿਬ ਨੇ ਜਿਹੜੇ ਕੇਸ ਬਖਸ਼ੇ ਆ, ਉਹਨੂੰ ਇਹੋ ਜਿਹੀ ਹਰਕਤ ਨਹੀਂ ਕਰਨੀ ਚਾਹੀਦੀ ਸੀਗੀ। ਵੱਡਾ ਹੋਊਗਾ CM ਪੰਜਾਬ ਦਾ, ਪਰ ਸਿੱਖ ਕੌਮ ਦੇ ਇਹੋ ਜਿਹੇ ਕੰਮਾਂ 'ਚ ਦਖਲਅੰਦਾਜ਼ੀ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰੂਗਾ। ਫਿਰ ਉਹਨੇ ਜਿਹੜੀ ਇਹ ਗੱਲ ਕਹੀ ਆ, ਇਹ ਗੱਲ ਔਨ ਦੀ ਰਿਕਾਰਡ ਹੋ ਗਈ। ਤੇ ਉੱਥੇ ਜਿਹੜੇ ਪੱਗਾਂ ਵਾਲੇ ਜਿੰਨੇ ਵੀ ਸਿੱਖ ਬੈਠੇ ਆ, 92 ਦੇ 'ਚ ਬਥੇਰੇ ਪੱਗਾਂ ਵਾਲੇ ਆ, ਆਪੋਜੀਸ਼ਨ ਵਿੱਚ ਹੁਣ ਵੀ ਹੋਣਗੇ ਕੋਈ ਨਾ ਕੋਈ, ਤਾਂ ਕਿਸੇ ਨੇ ਵੀ ਉਹ ਜਿਹੜੇ ਲਫ਼ਜ਼ ਕਟਾਉਣ ਦੀ ਜ਼ਰੂਰਤ ਨਹੀਂ ਕੀਤੀ, ਜਿਹੜੀ ਕਿ ਸਾਰਿਆਂ ਦੇ ਲਾਗੂ ਹੁੰਦੇ ਆ। ਦਾੜੀਆਂ ਸਭ ਦੇ ਹੀ ਆ, ਬੇਸ਼ੱਕ ਜਿਹੜਾ ਆਪਣਾ ਮੁੱਖ ਮੰਤਰੀ ਆ ਉਹਦੇ ਦਾੜੀ ਕੱਟੀ ਵੀ ਆ, ਵਾਲ ਪਤਾ ਨਹੀਂ ਸਿਰ ਦੇ ਹੈ, ਪਤਾ ਨਹੀਂ, ਉਹ ਇਹ ਨਹੀਂ ਮੈਨੂੰ ਪਤਾ ਹੈਗਾ। ਪਰ ਜਿਹੜੀ ਇਹ ਗੱਲ ਕੋਈ ਕਹੇ ਔਰ ਵਿਧਾਨ ਸਭਾ ਦੇ 'ਚ ਦਰਜ ਹੋਵੇ, ਇਹ ਆਉਣ ਵਾਲੇ ਸਮੇਂ ਦੇ 'ਚ ਇੱਕ ਰਿਕਾਰਡ ਬਣ ਗਈ, ਜਿਹੜੀ ਕਿ ਇੱਕ ਬਹੁਤ ਘਟੀਆ ਹਰਕਤ ਹੋਈ ਆ। ਚੈਨਲ ਵਾਲੀ ਗੱਲ, ਜਦੋਂ ਕਿ ਮੈਂ ਬਿਲਕੁਲ ਦੱਸਦਾ, ਨਹਿਰੂ ਪੈਕਟ ਜਿਹੜਾ ਮਾਸਟਰ ਤਾਰਾ ਸਿੰਘ ਤੇ ਨਹਿਰੂ ਦਾ ਪੈਕਟ ਹੋਇਆ, ਉਹਦੇ ਵਿੱਚ ਇਹ ਗੱਲ ਬਿਲਕੁਲ ਦਰਜ ਆ। ਭਾਵੇਂ ਸਟੇਟ ਦੇ ਵਿੱਚ ਲੱਖ ਕਮੇਟੀਆਂ ਬਣ ਜਾਣ, ਪਰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹ ਤੋਂ ਬਗੈਰ ਕੋਈ ਵੀ ਅਮੈਂਡਮੈਂਟ ਨਹੀਂ ਕਰ ਸਕਦੇ, ਚਾਹੇ ਸਟੇਟ ਕਮੇਟੀ ਚਾਹੇ ਹਰਿਆਣੇ ਦੀ ਬਣ ਗਈ, ਚਾਹੇ ਦਿੱਲੀ ਦੀ ਬਣ ਗਈ। ਤੇ ਇਹ ਕੋਈ ਇਹਨਾਂ ਨੂੰ, ਕਿਉਂਕਿ ਇਹਦੇ 'ਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਖਾਲੀ ਕਾਨੂੰਨੀ ਸਿੱਖ ਧਰਮ ਦੀਆਂ ਰਵਾਇਤਾਂ ਦਾ ਵੀ ਵਿੱਚ ਮਿਕਸ ਆਪਾਂ, ਤੇ ਇਹਦੇ ਕਰਕੇ ਨਹਿਰੂ ਦੇ ਟਾਈਮ ਜਿੰਨੀਆਂ ਅਪੈਂਡਮੈਂਟ ਹੋਈਆਂ 1953 ਤੇ 1957 ਦੇ ਵਿੱਚ, ਉਹ ਸਾਰੀ ਜਿਹੜੀ ਸੋਧ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹ ਨਾਲ ਹੋਈ ਸੀਗੀ। ਤੇ 1966 ਦਾ ਜਿਹੜਾ ਪੁਨਰਗਠਨ ਹੋ ਗਿਆ, ਉਸ ਤੋਂ ਬਾਅਦ 1978 'ਚ ਸੋਧ ਹੋਈ, 1995 'ਚ ਹੋਈ, 1996 'ਚ ਹੋਈ, 1999 'ਚ ਹੋਈ, 2015 'ਚ ਹੋਈ ਪਾਰਲੀਮੈਂਟ ਦੇ ਵਿੱਚ। ਪਰ ਉਹ ਸਾਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਲਾਹ ਨਾਲ ਹੋਈਆਂ। ਇਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਵੇਂ ਉੱਥੇ ਇੱਕ ਪਰਿਵਾਰ ਦਾ ਬੋਲਬਾਲਾ ਹੈ, ਪਰ ਕੋਈ ਵੀ ਸਿੱਖ ਇਹ ਆਪਣੀਆਂ ਸੰਸਥਾਵਾਂ ਨੂੰ ਉਹਦੇ ਵਿੱਚ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕਰੂਗਾ। ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ। ਤੇ ਜਿਹੜੀ ਕੇਸਾਂ ਤੇ ਗੱਲ ਆਪਾਂ ਉਹ ਵੀ ਬਰਦਾਸ਼ਤ ਨਹੀਂ ਕਰੂਗਾ। ਪਰ ਕਮਜ਼ੋਰੀ ਸਾਡੀ ਸਿੱਖ ਸੰਸਥਾਵਾਂ ਦੀ ਹੈ, ਜਿਹਦੇ ਅਸੀਂ ਮੌਕਾ ਦੇ ਰਹੇ ਹਾਂ, ਇਹ 'ਚ ਕੋਈ ਸ਼ੱਕ ਨਹੀਂ। ਹੁਣ ਇੱਕ ਆਖਰੀ ਸਵਾਲ, ਗਿਆਨੀ ਰਘੁਵੀਰ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣ ਗਏ, ਤੇ ਤੁਸੀਂ ਕੀ ਸਮਝਦੇ ਹੋ ਉਹਨਾਂ ਦੇ ਸਾਹਮਣੇ ਕੀ ਚੁਣੌਤੀਆਂ ਨੇ? ਕਿ ਸਿੱਖ ਜਿਹੜਾ ਆਮ ਸਿੱਖ ਹੈ ਉਹ ਕੀ ਚਾਹੁੰਦਾ ਹੋਊਗਾ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਿਹੜੇ ਨਵੇਂ ਜਥੇਦਾਰ ਨੇ ਉਹ ਸਿੱਖ ਕੌਮ ਨੂੰ ਇਕਜੁੱਟ ਕਰਨ ਵਾਸਤੇ, ਜਿਵੇਂ ਸਿਆਸੀ ਤੌਰ ਤੇ ਵੀ ਜਿਹੜੀ ਆਪਣਾ ਇਸ ਤਰ੍ਹਾਂ ਅਕਾਲੀ ਦਲ ਹੈ, ਚਾਹੇ ਜਿਹੜੀ ਸਿੱਖ ਸਿਆਸਤ ਹੈ, ਉਹ ਰੁੜ ਰਹੀ ਹੈ, ਤੇ ਇਸ ਸੰਬੰਧ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਤੁਸੀਂ ਕਿਸ ਤਰ੍ਹਾਂ ਦੀ ਸੇਧ ਭਾਲਦੇ ਹੋ? ਦੇਖੋ, ਗਿਆਨੀ ਰਘਬੀਰ ਸਿੰਘ ਨੂੰ ਇੱਕ ਤਾਂ ਇਹ ਸਮਝ ਲੈਣਾ ਚਾਹੀਦਾ ਵੀ ਉਹ ਕੌਮ ਦੇ ਜੇ ਜਥੇਦਾਰ ਉਹਨਾਂ ਨੇ ਕੁਹਾਣਾ, ਤਾਂ ਉਹਨਾਂ ਨੂੰ ਸਾਰੀਆਂ ਸੰਸਥਾਵਾਂ ਨੂੰ, ਸਾਰੇ ਦਲਾਂ ਨੂੰ, ਸਾਰੇ ਸਿੱਖਾਂ ਨੂੰ, ਚਾਹੇ ਉਹ ਅਮੀਰ ਆ, ਕਾਰਪੋਰੇਟ ਆ, ਚਾਹੇ ਗਰੀਬ ਆ, ਦਿਹਾੜੀਦਾਰ ਆ, ਚਾਹੇ ਸੜਕ ਤੇ ਕੰਮ ਕਰਨ ਵਾਲਾ, ਉਹਨੂੰ ਇੱਕ ਬਰਾਬਰ ਮੰਨ ਕੇ ਸਿੱਖ ਸਿਧਾਂਤਾਂ ਦੀ ਕਸੌਟੀ ਤੇ ਪੂਰਾ ਉਤਰ ਕੇ ਅੱਗੇ ਵਧਣਾ ਪਊਗਾ। ਤੇ ਉਹਨਾਂ ਨੂੰ ਹਰ ਗੱਲ ਦੇ ਸਿੱਖ ਸਿਧਾਂਤਾਂ ਦੇ ਕਸੌਟੀ ਦੇ ਪੂਰੇ ਉਤਰ ਕੇ ਜੁਰਤ ਦੇ ਨਾਲ ਉਹਨਾਂ ਨੂੰ ਗੱਲ ਕਰਨੀ ਪਊਗੀ। ਕੋਈ ਅਪੀਲ ਦਲੀਲ ਜਥੇਦਾਰ ਨਹੀਂ ਕਰਿਆ ਕਰਦੇ, ਜਿਵੇਂ ਉਹਨਾਂ ਨੇ ਕੱਲ ਇਹ ਜਿਹੜਾ ਵਿਧਾਨ ਸਭਾ ਦੇ ਵਿੱਚ ਹੋਇਆ, ਤਾਂ ਉਹਨਾਂ ਨੇ ਅਪੀਲ ਕਰੀ ਆ ਵੀ ਇਹ ਜਿਹੜੀ ਇਹਦੇ ਨਾਲ ਸਿੱਖਾਂ ਦੀ ਦੁਵਿਧਾ ਕਾਇਮ ਹੋ ਗਈ, ਇਹ ਨਹੀਂ ਹੋਣੀ ਚਾਹੀਦੀ ਸੀਗੀ। ਇੱਦਾਂ ਇਹ ਜਿਹੜੀਆਂ ਅਪੀਲਾਂ ਦਲੀਲਾਂ ਦਾ ਜਥੇਦਾਰਾਂ ਦਾ ਕੰਮ ਨਹੀਂ ਹੁੰਦਾ। ਜਥੇਦਾਰਾਂ ਦਾ ਕੰਮ ਹੁੰਦਾ ਐਕਸ਼ਨ ਕਰਨਾ, ਹੁਕਮ ਦੇਣਾ। ਸੋ ਜਥੇਦਾਰ ਨੂੰ ਅਕਾਲੀ ਫੁੱਲਾ ਸਿੰਘ, ਭਾਈ ਮਨੀ ਸਿੰਘ, ਜੱਸਾ ਸਿੰਘ ਆਹਲੂਵਾਲੀਏ ਵਰਗੇ ਤੋਂ ਸੇਧ ਲੈਣੀ ਪਊਗੀ, ਤੇ ਉਹਨਾਂ ਦੀ ਸੇਧ ਦੇ ਅਨੁਸਾਰ ਆਪਣੀ ਕੁਰਸੀ ਦਾ ਮੋਹ
ਨਾ ਰੱਖੇ, ਆਪਣੇ ਕਿਸੇ ਵੀ ਪ੍ਰਭਾਵ ਦਾ ਨਾ ਰੱਖੇ, ਬਲਕਿ ਜਿਹੜੀ ਕਮਜ਼ੋਰੀ ਉਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਦਿਖਾਈ ਸੀਗੀ, ਜਿਹਦੇ 'ਚ ਜਦੋਂ ਇੱਕ ਬੇਅਦਬੀ ਕਰਨ ਆ ਗਿਆ ਸੀਗਾ ਉੱਥੇ ਬੰਦਾ, ਉਹਨੇ ਧੂੰਆਂ ਸਿੱਟਿਆ ਸੀਗਾ ਉਸ ਥਾਂ ਤੇ ਜਿੱਥੇ ਖਾਲਸੇ ਦੀ ਸਿਰਜਣਾ ਹੋਈ। ਚਾਹੀਦਾ ਤਾਂ ਇਹ ਸੀਗਾ ਸਿੱਖ ਸਿਧਾਂਤਾਂ ਅਨੁਸਾਰ ਉੱਥੇ ਫੈਸਲਾ ਲੈ ਲਿਆ ਜਾਂਦਾ, ਪਰ ਜਥੇਦਾਰ ਨੇ ਇਹ ਗੱਲ ਕਹੀ ਵੀ ਜੇਕਰ ਅਸੀਂ ਉਹ ਇਹੋ ਜਿਹਾ ਕੰਮ ਕਰ ਦਿੰਦੇ ਤਾਂ ਸਾਡੇ ਤੇ ਪਰਚਾ ਦਰਜ ਹੋ ਜਾਣਾ ਚਾਹੀਦਾ। ਪਰਚਿਆਂ ਤੋਂ ਜੇ ਡਰਨਾ ਤਾਂ ਜਥੇਦਾਰੀ ਨਹੀਂ ਹੋਣੀ। ਜਥੇਦਾਰਾਂ ਨੂੰ, ਜਥੇਦਾਰ ਅਕਾਲ ਤਖਤ ਸਾਰੇ ਤਖਤਾਂ ਤੋਂ ਸੁਪਰੀਮ ਆ, ਤੇ ਖਾਲਸਾ ਪੰਥ ਸਿਰਫ ਖਾਲਸਾ ਰਵਾਇਤਾਂ ਨੂੰ ਮੰਨਦਾ ਹੈ, ਉਹ ਕਿਸੇ ਕਾਨੂੰਨ ਨੂੰ ਨਹੀਂ ਮੰਨਦਾ। ਇਹ ਗੱਲ ਸਮਝ ਲੈਣੀ ਚਾਹੀਦੀ ਆ। ਖਾਲਸਾ ਪੰਥ ਆਜ਼ਾਦ ਹੋਇਆ, ਆਜ਼ਾਦ ਰਹੂਗਾ ਤੇ ਆਜ਼ਾਦ ਹੀ ਸ਼ਹੀਦ ਹੋਊਗਾ। ਗੁਰੂ ਗੋਬਿੰਦ ਸਿੰਘ ਜੀ ਤੋਂ ਸੇਧ ਲੈਣੀ ਚਾਹੀਦੀ ਆ। ਜਿਨ੍ਹਾਂ ਦੇ ਕਿਲੇ ਸੀਗੇ, ਮਨਾਰੇ ਸੀਗੇ, ਪਰ ਉਹਨਾਂ ਨੇ ਔਰੰਗਜ਼ੇਬ ਮੂਰੇ ਨਹੀਂ ਝੁਕੇ ਹੈਗੇ। ਉਹ ਆਪਣਾ ਪਰਿਵਾਰ ਕੁਰਬਾਨ ਕਰਤਾ, ਪਰ ਰਵਾਇਤਾਂ ਦੇ ਕਾਇਮ ਰੱਖੀਆਂ। ਸਾਹਿਬਜ਼ਾਦਿਆਂ ਨੇ ਨੀਹਾਂ ਚਿਣੇ ਜਾਣਾ ਸਵੀਕਾਰ ਕਰਤਾ, ਪਰ ਉਹਨਾਂ ਨੇ ਰਵਾਇਤਾਂ ਤੋਂ ਮੂੰਹ ਨਹੀਂ ਮੋੜਿਆ। ਅਕਾਲ ਤਖਤ ਦੇ ਜਥੇਦਾਰ ਜਿਹੜੇ ਨਵੇਂ, ਅਸੀਂ ਆਸ ਰੱਖਾਂਗੇ ਇਹਨਾਂ ਗੱਲਾਂ ਵੱਲ ਧਿਆਨ ਦੇਣਗੇ। ਜੇ ਕੌਮ ਨੂੰ, ਤੇ ਬਲਕਿ ਅਜੇ ਤੱਕ ਬੜੇ ਅਫਸੋਸ ਦੀ ਗੱਲ ਆ, ਜਿਹੜੇ ਸਿੱਖਾਂ ਦੇ ਕਤਲ ਹੋਏ ਆ ਲੰਡਨ ਦੇ ਵਿੱਚ, ਚਾਹੇ ਕੋਈ ਜ਼ਹਿਰ ਦੇ ਕੇ ਕਹਿ ਰਿਹਾ, ਕੋਈ ਕਤਲ ਕਹਿ ਰਿਹਾ, ਚਾਹੇ ਹਰਦੀਪ ਸਿੰਘ ਨਿੱਜਰ ਦਾ ਹੋਇਆ, ਚਾਹੇ ਪਾਕਿਸਤਾਨ 'ਚ ਹੋਇਆ, ਪਹਿਲਾਂ ਕਈ ਕਤਲ ਹੋਇਆ, ਅਜੇ ਤੱਕ ਅਕਾਲ ਤਖਤ ਦੇ ਜਥੇਦਾਰ ਨੇ ਖਾਮੋਸ਼ੀ ਧਾਰੀ ਹੋਈ ਆ। ਇਸੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਨੇ ਖਾਮੋਸ਼ੀ ਧਾਰੀ ਵੀ ਆ। ਇਸੇ ਤਰ੍ਹਾਂ ਦਮਦਮੀ ਟਕਸਾਲ ਨੇ ਖਾਮੋਸ਼ੀ ਧਾਰੀ ਵੀ ਆ। ਇਸੇ ਤਰ੍ਹਾਂ ਨਿਹੰਗ ਫੌਜਾਂ ਨੇ ਧਾਰੀ ਵੀ ਆ। ਇਸੇ ਤਰ੍ਹਾਂ ਬਾਦਲ ਅਕਾਲੀ ਦਲ ਨੇ ਧਾਰੀ ਵੀ ਆ। ਇਹਨਾਂ ਨੂੰ ਇਹਨਾਂ ਖਾਮੋਸ਼ੀਆਂ ਤੋਂ ਬਾਹਰ ਆਉਣਾ ਪਊਗਾ ਜੇ ਸਿੱਖਾਂ ਦੇ ਲੀਡਰ ਬਣਨਾ, ਸਿੱਖ ਸੰਸਥਾਵਾਂ ਨੂੰ ਬਚਾਉਣਾ। ਨਹੀਂ, ਸਿੱਖੀ ਕਾਇਮ ਰਹੂਗੀ, ਤੁਹਾਡਾ ਤੁਸੀਂ ਨੇਸਤੇ ਨਬੂਦ ਹੋ ਜਾਓਗੇ, ਤੁਹਾਡਾ ਨਾਂ ਕਿਸੇ ਨੇ ਨਹੀਂ ਲੈਣਾ। ਆਉਣ ਵਾਲੇ ਸਮੇਂ 'ਚ ਇਹਨਾਂ ਸਾਰਿਆਂ ਦਾ ਨਾਂ ਜਿਹੜਾ ਕਾਲੇ ਅੱਖਰਾਂ 'ਚ ਇਤਿਹਾਸ 'ਚ ਦਰਜ ਹੋ ਜਾਊਗਾ, ਤੇ ਲੋਕ ਕਲੰਕਤ ਸਮਝ ਕੇ ਗੱਲ ਕਰਿਆ ਕਰਨਗੇ। ਇਹ ਗੱਲਾਂ ਮੈਂ ਤੁਹਾਨੂੰ ਕਹਿਣੀਆਂ ਚਾਹੁੰਦਾ। ਅੱਛਾ, ਇੱਕ ਅਖੀਰਲਾ ਬਸ ਕੁਝ ਸੈਕਿੰਡਾਂ ਦੇ ਵਿੱਚ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੇਕਰ ਇਸ ਜਿਹੜੀ ਹੈਗਾ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਰਵਉੱਚਤਾ ਕਾਇਮ ਰੱਖਣੀ ਹੈ, ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਦੇ ਦਬਾਅ ਹੇਠੋਂ ਬਾਹਰ ਨਿਕਲਣਾ ਪਊਗਾ। ਇਹਦੇ ਬਾਰੇ ਤੁਸੀਂ ਕੁਝ ਸੈਕਿੰਡ। ਉਹ ਬਿਲਕੁਲ ਸਹੀ ਆ। ਜਥੇਦਾਰ ਤੇ ਬਹੁਤ ਵੱਡਾ ਦਬਾਅ ਸੀਗਾ। ਕਰਨੈਲ ਸਿੰਘ ਪੰਜੌਲੀ ਨੇ ਆਪਣੇ ਪ੍ਰੈਸ ਸਟੇਟਮੈਂਟ 'ਚ ਕਿਹਾ ਵੀ ਉਹਨਾਂ ਨੂੰ ਇਹ ਕਿਹਾ ਗਿਆ ਸੀਗਾ ਵੀ ਸੁਖਬੀਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਮਾਫੀ ਮੰਗ ਲਈ, ਉਸ ਮਾਫੀ ਨੂੰ ਮੁੱਖ ਰੱਖ ਕੇ ਇਸ ਪਰਿਵਾਰ ਨੂੰ ਦੋਸ਼ ਮੁਕਤ ਕਰਤਾ ਜਾਵੇ। ਪਰ ਕਹਿੰਦੇ ਵੀ ਜਥੇਦਾਰ ਨੇ ਇਹ ਗੱਲ ਕਹੀ ਸੀ ਕਿ ਪਹਿਲਾਂ ਅਸਤੀਫਾ ਦਿੱਤਾ ਜਾਵੇ, ਜੋ ਪੰਜੌਲੀ ਦੀ ਜ਼ਮਾਨੀ ਹੈ, ਕਰਨੈਲ ਸਿੰਘ ਪੰਜੌਲੀ ਦੀ ਪ੍ਰੈਸ ਸਟੇਟਮੈਂਟ ਦੀ, ਤੇ ਜਥੇਦਾਰ ਨਹੀਂ ਚੁੱਕਿਆ। ਤੇ ਜਥੇਦਾਰ ਨੇ ਇਹ ਵੀ ਗੱਲ ਕਹੀ ਵੀ ਇਹ 2 ਜੂਨ ਨੂੰ ਜਿਹੜਾ ਸੰਤ ਭਿੰਡਰਾਂਵਾਲੇ ਦਾ ਜਨਮ ਦਿਵਸ ਰੋਡੇ ਪਿੰਡ 'ਚ ਮਨਾਇਆ ਗਿਆ ਸੀਗਾ, ਉੱਥੇ ਉਹਨਾਂ ਨੇ ਗੱਲ ਕਹੀ ਵੀ ਕਿਸੇ ਸਮੇਂ ਜਿਹੜੇ ਇਹ ਅਕਾਲੀ ਦਲ ਕਾਇਮ ਹੋਇਆ ਸੀਗਾ ਪੰਥ ਤੇ ਗੁਰਦੁਆਰਿਆਂ ਤੇ ਸਿੱਖ ਸਿਧਾਂਤਾਂ ਦੀ ਰਹਿਤ ਮਰਿਆਦਾ ਨੂੰ ਉੱਪਰ ਚੱਕਣ ਦੇ ਲਈ, ਪਰ ਹੁਣ ਇਹ ਜਿਹੜਾ ਅਕਾਲੀ ਦਲ ਆ, ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਆ ਚੁੱਕਿਆ, ਤੇ ਛੋਟਾ ਜਿਹੜੇ ਆਮ ਸਿੱਖ ਆ, ਗਰੀਬ ਸਿੱਖੇ ਤੋਂ ਦੂਰ ਹੋ ਗਿਆ। ਤੇ ਉਹਨਾਂ ਨੇ ਇੰਨੀਆਂ ਗੱਲਾਂ ਜਿਹੜੀਆਂ ਕੀਤੀਆਂ ਸੀਗੀਆਂ, ਜਿਹੜੀਆਂ ਕਿ ਇਹਨਾਂ ਨੂੰ ਚੁਭਦੀਆਂ ਸੀਗੀਆਂ। ਜਥੇਦਾਰ ਬਹੁਤ ਕਈ ਥਾਂ ਤੇ ਬੜੇ ਵਧੀਆ ਬਿਆਨ ਦਿੰਦੇ ਸੀਗੇ, ਚਾਹੇ ਅੰਮ੍ਰਿਤਪਾਲ ਦਾ ਇਸ਼ੂ ਹੋਇਆ, ਚਾਹੇ ਪਾਕਿਸਤਾਨ ਦੇ ਵਿੱਚ, ਚਾਹੇ ਬਾਹਰ ਸਿੱਖਾਂ ਦੇ ਬਾਰੇ। ਪਰ ਜਥੇਦਾਰ ਦੀ ਕਮਜ਼ੋਰੀ ਕੀ ਰਹੀ ਹੈ? ਜਥੇਦਾਰ ਬਿਆਨਾਂ ਤੱਕ ਸੀਮਿਤ ਰਹਿ ਗਏ। ਜੇ ਜਥੇਦਾਰ ਪ੍ਰੈਕਟੀਕਲ ਇੰਪਲੀਮੈਂਟ ਕਰ ਦਿੰਦੇ, ਜੇ ਜਥੇਦਾਰ ਨੂੰ ਪਤਾ ਸੀਗਾ ਵੀ ਇਹ ਬੇਅਦਬੀ ਦੇ ਵਿੱਚ ਸਰਕਾਰ ਦਾ ਰੋਲ ਆ, ਉਹ ਆਪਣੇ ਤਰੀਕੇ ਨਾਲ ਸਰਕਾਰ ਦੇ ਫੈਸਲੇ ਨੂੰ ਨਾ ਦਿੰਦੇ, ਆਪਣੇ ਤਰੀਕੇ ਨਾਲ ਐਕਸ਼ਨ ਕਰ ਲੈਂਦੇ, ਆਪਣੇ ਤਰੀਕੇ ਨਾਲ ਇਸ ਪਰਿਵਾਰ ਨੂੰ ਕਟਹਿਰੇ 'ਚ ਖੜਾ ਕਰ ਦਿੰਦੇ, ਆਪਣੇ ਤਰੀਕੇ ਨਾਲ ਦੋਸ਼ੀ ਪੁਲਿਸ ਅਫਸਰਾਂ ਨੂੰ ਖੜੇ ਕਰ ਦਿੰਦੇ, ਤੇ ਖਾਲਸਾ ਵੀਰ ਦੀ ਜਿਹੜੀ ਗੱਲ ਕਰੀ ਸੀਗੀ ਆਪ ਲੈ ਕੇ ਤੁਰ ਪੈਂਦੇ, ਤੇ ਜਿਨ੍ਹਾਂ ਤੇ ਨੌਜਵਾਨਾਂ ਤੇ NSA ਲੱਗੀ ਸੀ, ਪੁਲਿਸ ਤਸ਼ੱਦਦ ਹੋਈ, ਉਹਨਾਂ ਦੇ ਘਰਾਂ 'ਚ ਜਾ ਕੇ ਰਾਬਤਾ ਕਾਇਮ ਕਰਦੇ, ਤੇ ਜਿਹੜੇ ਸ਼ਹੀਦ ਪਰਿਵਾਰ ਸੀਗੇ ਉਹਨਾਂ ਨੂੰ ਮਿਲਦੇ, ਪਿੰਡਾਂ 'ਚ ਜਾਂਦੇ, ਪ੍ਰਚਾਰ ਕਰਦੇ। ਅੱਜ ਜਥੇਦਾਰ ਨੂੰ ਕਿਸੇ ਵੀ ਦਲ ਦੀ, ਕਿਸੇ ਸ਼੍ਰੋਮਣੀ ਕਮੇਟੀ ਦੀ ਔਕਾਤ ਨਹੀਂ ਸੀਗੀ ਵੀ ਉਹਨੂੰ ਲਾ ਦਿੰਦੇ, ਸਾਰਾ ਪੰਜਾਬ ਜਾਮ ਹੋ ਜਾਂਦਾ। ਤੇ ਇਹ ਜਥੇਦਾਰ ਨੂੰ ਮੈਂ ਕਹੂੰਗਾ ਵੀ ਇਹ ਜਥੇਦਾਰੀ ਕਾਇਮ ਰੱਖਣੀ ਆ, ਤੇ ਪੂਰੀ ਚੜ੍ਹਦੀ ਕਲਾ ਨਾਲ ਸਿੱਖਾਂ ਲਈ ਅੱਗੇ ਕਰਨਾ, ਤਾਂ ਇਹਨਾਂ ਗੱਲਾਂ ਤੋਂ ਪਿੱਛੇ ਹਟ ਜਾ। ਸਿੱਖ ਕੌਮ ਤੇਰੇ ਨਾਲ ਖੜੂਗੀ ਜੇ ਸਿੱਖ ਸਿਧਾਂਤਾਂ ਤੇ ਖੜੇਗਾ, ਜੇ ਪਰਿਵਾਰ ਦੇ ਨਾਲ ਖੜੇਗਾ ਤਾਂ ਪਰਿਵਾਰ ਇਹ ਰਹੂਗਾ, ਸਿੱਖ ਨਹੀਂ ਰਹਿਣਗੇ। ਇਹ ਗੱਲ ਉਹਨੂੰ ਰੱਖਣੀ ਪਊਗੀ ਦਿਮਾਗ ਦੇ ਵਿੱਚ। ਠੀਕ ਹੈ ਬਰਾੜ ਸਾਹਿਬ, ਤੁਸੀਂ ਇਤਿਹਾਸ ਤੋਂ ਲੈ ਕੇ ਹੁਣ ਤੱਕ ਜਿਹੜੇ ਟਕਰਾਓ ਚੱਲੇ ਨੇ ਸਿੱਖ ਕੌਮ ਦੇ ਵਿੱਚ, ਉਹਨਾਂ ਬਾਰੇ ਜਾਣਕਾਰੀ ਦਿੱਤੀ, ਤੇ ਮੌਜੂਦਾ ਪਰਿਸਥਿਤੀਆਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸਾਡੇ ਧਾਰਮਿਕ ਲੀਡਰ, ਜਿਹੜੇ ਸਿਆਸੀ ਲੀਡਰ ਨੇ, ਉਹਨਾਂ ਨੂੰ ਕਿਸ ਢੰਗ ਦੇ ਨਾਲ ਚੱਲਣਾ ਚਾਹੀਦਾ ਹੈ। ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਜਥੇਦਾਰ ਦੇ ਉੱਤੇ ਜਿਹੜੇ ਮੌਜੂਦਾ ਨੇ ਗਿਆਨੀ ਰਘਬੀਰ ਸਿੰਘ, ਉਹਨਾਂ ਤੇ ਬੜੀਆਂ ਆਸਾਂ ਰੱਖੀਆਂ ਜਾ ਰਹੀਆਂ ਨੇ ਕਿ ਉਹ
ਸਿੱਖ ਕੌਮ ਨੂੰ ਇੱਕ ਨਵੀਂ ਸੇਧ ਦੇਣਗੇ, ਜਿਹਦੇ ਨਾਲ ਪੂਰੀ ਕੌਮ ਜਿਹੜੀ ਇਕਜੁੱਟ ਵੀ ਹੋਊਗੀ ਤੇ ਜਿਹੜੀ ਸਿਆਸੀ ਤੌਰ ਤੇ ਵੀ ਅਕਾਲੀ ਦਲ ਨੇ ਸਾਡੇ ਉਹ ਜਿਹੜੇ ਮਜ਼ਬੂਤ ਹੋਣਗੇ। ਬਰਾੜ ਸਾਹਿਬ, ਤੁਸੀਂ ਬਹੁਤ ਹੀ ਵਿਸਥਾਰਪੂਰਵਕ ਗੱਲਾਂ ਦੱਸੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਇੱਕ ਨਵੇਂ ਵਿਸ਼ੇ ਨਾਲ ਸਾਹਮਣੇ ਆਵਾਂਗੇ। ਉਦੋਂ ਤੱਕ ਲਈ ਸਾਨੂੰ ਦੇ ਆਗਿਆ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।